ਆਤਮ ਪ੍ਰਬੋਧ ਸਮਾਗਮ ਦੇ ਵਿੱਚ ਸ਼ਮੂਲੀਅਤ ਕਰ ਰਹੇ ਗੁਰੂ ਸਵਾਰਿਓ, ਆਓ ਪਿਆਰ ਤੇ ਸਤਿਕਾਰ ਨਾਲ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਤੋਂ ਪਹਿਲਾਂ ਕਿ ਆਪਾਂ ਵਿਚਾਰ ਸ਼ੁਰੂ ਕਰੀਏ, ਮੇਰੀ ਇੱਛਾ ਹੈ ਕਿ ਆਪਾਂ ਇੱਕ ਵਾਰ 5 ਵਾਰ ਵਾਹਿਗੁਰੂ ਮੂਲ ਮੰਤਰ ਤੇ ਗੁਰਮੰਤਰ ਦਾ ਜਾਪ ਅਸੀਂ ਸਾਰੇ ਕਰਾਂਗੇ। ਰੱਖਾਂ ਮੀਚ ਕੇ ਮੇਰੀ ਇੱਛਾ ਹੈ ਕਿ ਆਪਾਂ ਸਾਰੇ ਬੋਲੀਏ ਨਾਲ। ਜ਼ਰੂਰ ਮੈਂ ਅੱਗੇ ਅੱਗੇ ਬੋਲਾਂਗਾ, ਪਿੱਛੇ ਪਿੱਛੇ ਆਪ ਜੀ ਨੇ ਕਿਰਪਾ ਕਰਨੀ ਹੈ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਮੈਂ ਵਾਹਿਗੁਰੂ ਅੱਗੇ ਬੋਲਾਂਗਾ, ਆਪ ਜੀ ਨੇ ਕਿਰਪਾ ਕਰਨੀ ਪਿੱਛੇ ਪਿੱਛੇ ਉਚਾਰਨ ਕਰਨਾ ਜੀ। ਵਾਹਿਗੁਰੂ 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 ਹੇ ਗੁਰੂ ਵਾਹਿਗੁਰੂ 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 ਹੇ ਗੁਰੂ ਵਾਹਿਗੁਰੂ 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 ਹੇ ਗੁਰੂ। ਬਖਸ਼ਿਸ਼ ਵਿੱਚੋਂ ਘਾਲਣਾ ਨਿਕਲਦੀ ਹੈ, ਬਖਸ਼ਿਸ਼ ਵਿੱਚੋਂ ਘਾਲਣਾ ਨਿਕਲਦੀ ਹੈ, ਨਾ ਕਿ ਘਾਲਣਾ ਵਿੱਚੋਂ ਬਖਸ਼ਿਸ਼। ਪਹਿਲਾਂ ਬਾਬੇ ਪਾਇਆ ਬਖਸ਼ਦਰ, ਪਿੱਛੋਂ ਦੇ ਫਿਰ ਘਾਲ ਕਮਾਈ। ਪਹਿਲਾਂ ਬਾਬੇ ਪਾਇਆ ਬਖਸ਼ਦਰ। ਗੁਰੂ ਨਾਨਕ ਸਾਹਿਬ ਦੇ ਕੋਲ ਸੋਟਾ ਵੀ ਸੀ ਤੇ ਪੋਥੀ ਵੀ ਸੀ। ਉਹ ਸੋਟਾ ਜਿਹੜਾ ਅੱਗੇ ਜਾ ਕੇ ਕਿਰਪਾਨ ਬਣਿਆ। ਰਬਾਬ ਸੀ ਭਾਈ ਮਰਦਾਨਾ ਜੀ ਦੇ ਕੋਲ। ਔਰ ਸਿਆਣੇ ਕਹਿੰਦੇ ਆ ਕਿ ਗੁਰੂ ਨਾਨਕ ਸਾਹਿਬ ਨਾ ਜਿਹੜੇ ਬੰਦੇ ਨੂੰ ਜਿਹੜਾ ਉਹਨੂੰ ਮਾਰਦੇ ਸੀ ਨਾ, ਉਹ ਤਾਂ ਸ਼ਬਦ ਤੇ ਰਬਾਬ ਨਾਲ ਹੀ ਮਾਰਦੇ ਸੀ। ਕਿਰਪਾਨ ਜਾਂ ਸੋਟਾ ਕਹਿ ਦਈਏ, ਉਹ ਤਾਂ ਉਹਨਾਂ ਨੇ ਰਬਾਬ ਦੀ ਰਾਖੀ ਲਈ ਰੱਖੀ ਸੀ। ਮਾਰਦੇ ਤਾਂ ਉਹ ਰਬਾਬ ਨਾਲ ਹੀ ਸੀ। ਭਾਈ ਮਰਦਾਨਾ ਜੀ ਬਾਬਾ ਜੀ ਨਾਲ ਨਾ ਬਹੁਤ ਪਿਆਰ ਸੀ ਉਹਨਾਂ ਦਾ। ਤੇ ਭਾਈ ਮਰਦਾਨਾ ਜੀ ਕਈ ਵਾਰ ਗੁਰੂ ਨਾਨਕ ਸਾਹਿਬ ਨੂੰ ਕਹਿ ਦਿੰਦੇ ਸੀ ਕਿ ਬਾਬਾ ਦੇਖ, ਤੇਰੇ ਤੇ ਮੇਰੇ 'ਚ ਨਾ ਬਾਹਲਾ ਫਰਕ ਨਹੀਂ ਹੈਗਾ। ਤੂੰ ਰੱਬ ਦਾ ਡੂਮ ਹੈ,
ਤੇ ਮੈਂ ਤੇਰਾ ਡੂਮ ਹੈ, ਭਾਵ ਤੂੰ ਰੱਬ ਦਾ ਮਰਾਸੀ ਹੈ ਤੇ ਮੈਂ ਤੇਰਾ। ਤੇ ਕਈ ਵਾਰ ਉਹ ਪਿਆਰ ਵਜਦ ਦੇ ਵਿੱਚ ਆ ਕੇ ਬੜਾ ਕੁਛ ਪਿਆਰ ਨਾਲ ਗੁਰੂ ਸਾਹਿਬ ਨੂੰ ਕਹਿੰਦੇ ਸੀ। ਉਹ ਸਾਥ ਵੀ 52 ਸਾਲਾਂ ਦਾ ਸੀ ਨਾ, 52 ਸਾਲਾਂ ਦਾ ਸਾਥ, ਦੁੱਖ ਸੁੱਖ ਸਾਰੇ ਸਾਂਝੇ। ਤੇ ਆਖਰੀ ਸਮੇਂ ਦੇ ਵਿੱਚ ਨਾ ਭਾਈ ਮਰਦਾਨਾ ਜੀ, ਉਸ ਤੋਂ ਵੀ ਪਹਿਲਾਂ ਮੈਂ ਇੱਕ ਛੋਟੀ ਜਿਹੀ ਗੱਲ ਹੋਰ ਕਰਦਿਆਂ, ਉਦਾਸੀਆਂ ਤੋਂ ਵੀ ਪਹਿਲਾਂ ਦੀ, ਕਿ ਜਦੋਂ ਇੱਕ ਵਾਰ, ਕਿਉਂਕਿ ਪਿਛਲੇ ਦਿਨ ਨਾ ਸਾਨੂੰ ਕਰਤਾਰਪੁਰ ਕੋਰੀਡੋਰ ਬੇਸ਼ੱਕ ਉਰੋਂ ਹੀ ਦੇਖਣ ਦਾ ਮੌਕਾ ਮਿਲਿਆ, ਤੇ ਉੱਥੋਂ ਲਾਸਟ ਈਅਰ ਅਸੀਂ ਪਿਛਲੇ ਸਾਲ ਪਾਕਿਸਤਾਨ ਜਾ ਕੇ ਆਏ, ਨਨਕਾਣਾ ਸਾਹਿਬ ਵੀ ਗਏ, ਤੇ ਉੱਥੋਂ ਦੂਰੀ ਉਹਦੀ ਲਗਭਗ 182-83 ਕਿਲੋਮੀਟਰ ਬਣਦੀ ਹੈ। ਤੇ ਜੇ ਅਸੀਂ ਉੱਥੋਂ ਦੂਰੀ ਦਾ ਹਿਸਾਬ ਲਾਈਏ ਸੁਲਤਾਨਪੁਰ ਲੋਧੀ ਦਾ, 200-250 ਕਿਲੋਮੀਟਰ ਦੇ ਨੇੜੇ ਤੇੜੇ ਬਣਦੇ ਆ। ਭਾਵ ਬੇਬੇ ਨਾਨਕੀ ਜੀ ਜਦੋਂ ਇੱਥੇ ਵਿਆਹੀ ਸੀ 200-250 ਕਿਲੋਮੀਟਰ ਦੀ ਦੂਰੀ ਸੀ। ਤੇ ਗੁਰੂ ਨਾਨਕ ਸਾਹਿਬ ਆਪਾਂ ਨੂੰ ਪਤਾ ਵੀ ਜਦੋਂ ਉਹਨਾਂ ਨੇ ਮੋਦੀਖਾਨੇ ਦੇ ਵਿੱਚ ਸੇਵਾ ਸ਼ੁਰੂ ਕੀਤੀ, ਜੌਬ ਸ਼ੁਰੂ ਕੀਤੀ, ਭਾਈ ਮਰਦਾਨਾ ਜੀ ਵੀ ਨਾਲ ਸੀ। ਆਪਾਂ ਨੂੰ ਪਤਾ ਹੈ ਵੀ ਸਾਰਾ ਘਟਨਾਕ੍ਰਮ ਜਿਹੜਾ ਹੋਇਆ। ਮੈਂ ਗੱਲ ਭਾਈ ਮਰਦਾਨਾ ਜੀ ਤੇ ਇਹਨਾਂ ਦੇ ਪਿਆਰ ਦੀ ਕਰਨੀ ਹੈ। ਤੇ ਮੋਦੀਖਾਨੇ ਦੇ ਵਿੱਚ ਉਹ ਜੌਬ ਕਰਦੇ ਆ, ਤੇ ਇੱਕ ਦਿਨ ਫਿਰ ਉਹ ਆਪਣੇ ਪਿੰਡ ਜਾਂਦੇ ਆ, ਤੇ ਮਹਿਤਾ ਕਾਲੂ ਜੀ ਜਿਹੜੇ ਗੁਰੂ ਸਾਹਿਬ ਦੇ ਫਾਦਰ ਸਾਹਿਬ ਸੀ, ਉਹਨਾਂ ਨੂੰ ਪੁੱਛਦੇ ਆ ਕਿ ਨਾਨਕ ਕੀ ਕਮਾਈ ਕੀਤੀ ਹੈ। ਤੇ ਅੱਗੋਂ ਹੱਸ ਪੈਂਦੇ ਸੀ, ਕਿਉਂਕਿ ਛੋਟੇ ਹੁੰਦਿਆਂ ਜਦੋਂ 20 ਰੁਪਏ ਦਾ ਸੱਚਾ ਸੌਦਾ ਕੀਤਾ ਸੀ, ਤੇ ਉਦੋਂ ਵੀ ਪਿਤਾ ਦੀਆਂ ਝਟਕਾਂ ਉਹਨਾਂ ਨੂੰ ਪਈਆਂ ਸੀ ਕਿ ਤੂੰ ਕੀ ਕਰਕੇ ਆਇਆ। ਖੈਰ, ਸੱਚੇ ਸੌਦੇ ਦਾ ਪਤਾ ਸਮਾਂ ਪਾ ਕੇ ਲੱਗਦਾ ਹੁੰਦਾ। ਤੇ ਉਹ ਹੱਸ ਪਏ, ਕਹਿੰਦੇ ਚੱਲ ਕੋਈ ਨਹੀਂ, ਕਮਾਈ ਤਾਂ ਮੈਨੂੰ ਪਤਾ ਹੀ ਹੈ, ਚੱਲ ਤੂੰ ਜਿਹੜੀ ਕਰਨੀ ਹੈ, ਚੱਲ ਮੈਨੂੰ ਤਾਂ ਆਇਆ ਵੀ ਮੇਰਾ ਪੁੱਤਰ ਕਿਸੇ ਆਰੇ ਤਾਂ ਲੱਗਿਆ। ਥੋੜੇ ਸਮੇਂ ਬਾਅਦ ਉਹਨਾਂ ਦਾ ਪਿੰਡ ਜਾਣਾ, ਆਪਣੀ ਬੇਟੀ ਦੇ ਕੋਲ ਬੇਬੇ ਨਾਨਕੀ ਜੀ ਦੇ ਘਰ ਪਿੰਡ ਜਾਣਾ ਉਹਨਾਂ ਦਾ ਹੋਇਆ। ਤੇ ਉਹ ਕਈ ਵਾਰ, ਉਹ ਜਦੋਂ ਇਸ ਵਾਰ ਜਦੋਂ ਪਿੰਡ ਗਏ ਨਾ, ਇਸ ਵਾਰ ਜਦੋਂ ਪਿੰਡ ਗਏ, ਤੇ ਉਸ ਸਮੇਂ ਦੇ ਵਿੱਚ ਗੁਰੂ ਨਾਨਕ ਸਾਹਿਬ ਉੱਥੇ ਮੋਦੀਖਾਨੇ 'ਚ ਜੌਬ ਕਰ ਰਹੇ ਸੀ। ਤੇ ਉਹ ਵਾਰ-ਵਾਰ ਜਦੋਂ ਲੋਕ ਬਾਹਰੋਂ ਹੀ ਉਹਨਾਂ ਨੂੰ ਲੈਣ ਚਲੇ ਗਏ, ਜਿਵੇਂ ਆਪਾਂ ਕਹਿੰਦੇ ਪਿੰਡੋਂ ਬਾਹਰ, ਤੇ ਹਰੇਕ ਉਹਨਾਂ ਨੂੰ ਸਤਿਕਾਰ ਦੇ ਵੀ ਤੁਸੀਂ ਗੁਰੂ ਨਾਨਕ ਸਾਹਿਬ ਦੇ ਫਾਦਰ ਸਾਹਿਬ ਹੋ ਜੀ, ਤੁਸੀਂ ਉਹਨਾਂ ਦੇ, ਤੁਸੀਂ ਇਹ ਨਾਨਕ ਦੇ ਪਿਤਾ ਜੀ ਹੈ, ਗੁਰੂ ਨਾਨਕ ਦੇ ਪਿਤਾ ਜੀ ਹੈ ਬਈ। ਹਰੇਕ ਕੋਈ ਬਹੁਤ, ਉਹ ਕਹਿੰਦੇ ਮੈਂ ਪਹਿਲਾਂ ਵੀ ਆਉਂਦਾ ਹੀ ਸੀਗਾ, ਮੈਂ ਤਾਂ ਆਪਣੀ ਬੇਟੀ ਕੋਲ ਪਹਿਲਾਂ ਵੀ ਆਉਂਦਾ ਹੀ ਸੀ। ਬੜੇ ਸਾਰੇ ਸਤਿਕਾਰ ਦੇਣ। ਇੱਕ ਮਾਤੜ ਜਿਹਾ ਬੰਦਾ, ਗਰੀਬ ਜਿਹਾ, ਉਹਨੇ ਵੀ ਕੁਛ ਭੇਟ ਕੀਤਾ। ਉਹ ਕਹਿੰਦੇ ਤੂੰ ਤਾਂ ਜਦੋਂ ਮੈਂ ਜਿੰਨੇ ਵਾਰੀ ਮੈਂ ਆਇਆ ਮੇਰੇ ਤੋਂ ਮੰਗਦਾ ਹੀ ਰਿਹਾ, ਜਦੋਂ ਜਿੰਨੇ ਵਾਰੀ ਮੈਂ ਆਇਆ ਤੂੰ ਤਾਂ ਮੇਰੇ ਤੋਂ ਮੰਗਿਆ ਹੀ ਹੈ, ਤੇ ਅੱਜ ਤੂੰ ਮੈਨੂੰ ਭੇਟ ਕਰ ਰਿਹਾ। ਕਹਿੰਦੇ ਜੀ ਪਿਆਰ ਭੇਟਾ ਹੀ ਹੈ, ਤੁਸੀਂ ਗੁਰੂ ਨਾਨਕ ਸਾਹਿਬ ਦੇ ਪਿਤਾ ਜੀ ਹੋ, ਘਰੇ ਆਏ। ਕਹਿੰਦੇ ਜੈਰਾਮ ਕੀ ਗੱਲ ਹੋ ਗਈ, ਐਸਾ ਕੀ ਕੀਤਾ ਨਾਨਕ ਨੇ ਵੀ ਇੰਨਾ ਨਾਨਕ ਹੋਈ ਪਈ ਹੈ ਸਾਰੇ ਪਾਸੇ, ਸਾਰੇ ਪਾਸੇ ਨਾਨਕ ਹੋਈ ਪਈ ਹੈ, ਐਸਾ ਨਾਨਕ ਨੇ ਕੀ ਕੀਤਾ। ਬੇਬੇ ਨਾਨਕੀ ਜੀ ਤੇ ਜੈਰਾਮ ਉਹ ਕਹਿੰਦੇ ਆ ਜਿਹੜਾ ਮਾਤੜ ਜਿਹਾ ਸੀ ਨਾ, ਜਿਹਨੇ ਤੁਹਾਨੂੰ ਕੁਝ ਭੇਟ ਕੀਤਾ, ਜਿਹੜਾ ਹਰ ਵੇਲੇ ਪਿੰਡ 'ਚ ਮੰਗਦਾ ਹੀ ਰਹਿੰਦਾ ਸੀ, ਗੁਰੂ ਨਾਨਕ ਸਾਹਿਬ ਨੇ, ਨਾਨਕ ਜੀ ਨੇ ਇਹ ਕੀਤਾ ਕਿ ਇੰਨਾ ਪਿਆਰ ਕੀਤਾ, ਐਂ ਤੇਰਾ ਕਹਿ ਕੇ ਤੋਲਿਆ। ਜਿਹੜੇ ਮੰਗਣ ਵਾਲੇ ਸੀ ਉਹ ਵੰਡਣ ਵਾਲੇ ਕਰਤੇ, ਜਿਹੜੇ ਮੰਗਣ ਵਾਲੇ ਸੀ ਨਾ ਉਹ ਵੰਡਣ ਵਾਲੇ ਕਰਤੇ। ਇੰਨਾ ਪਿਆਰ, ਇੰਨਾ ਸਤਿਕਾਰ, ਇੰਨੀ ਕੇਅਰ ਕਿ ਜਿਹੜੇ ਮੰਗਦੇ ਸੀ ਉਹ ਵੰਡਣ ਵਾਲੇ ਹੋ ਗਏ, ਉਹ ਗਿਫਟ ਦੇਣ ਲੱਗ ਪਏ। ਇਹ ਪਿਆਰ ਸੀ। ਤੇ ਇਸੇ ਤਰ੍ਹਾਂ ਦੇ ਪਿਆਰ ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨਾ ਜੀ ਨੇ 52 ਸਾਲ ਮਹਿਸੂਸ ਕੀਤਾ। ਤੇ ਕਈ ਵਾਰ ਬਾਬਾ ਜੀ ਨੂੰ ਕਹਿੰਦੇ ਸੀ, ਬਾਬਾ ਤੇਰੇ ਤੇ ਮੇਰੇ 'ਚ ਨਾ ਬਾਹਲਾ ਫਰਕ ਨਹੀਂ ਹੈਗਾ। ਤੇ ਵਾਪਸੀ ਤੇ ਆਉਂਦਿਆਂ ਨਾ ਔਰ ਗੁਰੂ ਨਾਨਕ ਸਾਹਿਬ ਨੇ ਉਦਾਸੀਆਂ ਵੀ ਭਾਈ ਮਰਦਾਨਾ ਜੀ ਦੇ ਨਾਲ ਸ਼ੁਰੂ ਕੀਤੀਆਂ, ਤੇ ਸਮਾਪਤੀ ਵੀ ਉਹਨਾਂ ਦੇ ਜੀਵਨ ਦੇ ਖਤਮ ਹੋਣ ਤੋਂ ਬਾਅਦ, ਭਾਈ ਮਰਦਾਨਾ ਜੀ ਤੋਂ ਬਾਅਦ ਗੁਰੂ ਸਾਹਿਬ ਨੇ ਕੋਈ ਉਦਾਸੀ ਨਹੀਂ ਕੀਤੀ। ਤੇ ਜਦੋਂ ਵਾਪਸੀ ਆ ਰਹੀ ਸੀ ਨਾ, ਤੇ ਰਸਤੇ 'ਚ ਭਾਈ ਮਰਦਾਨਾ, ਗੁਰੂ ਸਾਹਿਬ ਨੂੰ ਪਤਾ ਲੱਗ ਗਿਆ ਕਿ ਹੁਣ ਭਾਈ ਮਰਦਾਨਾ ਜੀ ਦਾ ਆਖਰੀ ਸਮਾਂ ਹੈ। ਭਾਈ ਮਰਦਾਨਾ ਜੀ ਨੂੰ ਵੀ ਪਤਾ ਹੀ ਸੀ, ਤੇ ਗੋਦ 'ਚ ਹੈ।
ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਦੀ ਗੋਦ ਦੇ ਵਿੱਚ ਹੈ ਤੇ ਗੁਰੂ ਸਾਹਿਬ ਕਹਿੰਦੇ ਮਰਦਾਨਾ ਜੀ, ਭਾਈ ਮਰਦਾਨਾ ਜੀ, ਤੁਹਾਡੇ ਆਖਰੀ ਸਮਾਂ, ਤੁਹਾਡਾ ਸਰੀਰ ਹੁਣ ਸਾਡੇ ਕੋਲ ਰਹਿ ਜਾਣਾ, ਦੱਸੋ ਜੀ ਅਸੀਂ ਤੁਹਾਨੂੰ ਦੱਬੀਏ ਕਿ ਸਾੜੀਏ। ਤੇ ਭਾਈ ਮਰਦਾਨਾ ਜੀ ਅੱਖਾਂ 'ਚ ਪਾਣੀ ਉਹਨਾਂ ਦੇ ਆਇਆ ਤੇ ਕਹਿੰਦੇ ਬਾਬਾ ਆਖਰੀ ਸਮੇਂ ਕਿਹੋ ਜਿਹੀਆਂ ਗੱਲਾਂ ਕਰਦਾ, ਹੁਣ ਇਹ ਗੱਲਾਂ ਦਾ ਸਮਾਂ ਨਹੀਂ, ਸਾਰੀ ਉਮਰ ਤਾਂ ਸਮਝਾਉਂਦਾ ਰਿਹਾ ਵੀ ਭਾਵੇਂ ਦੱਬ ਦਈਏ ਭਾਵੇਂ ਸਾੜ ਦਈਏ ਕੋਈ ਫਰਕ ਤਾਂ ਹੈ ਨਹੀਂ। ਤੇ ਗੁਰੂ ਸਾਹਿਬ ਨੇ ਘੁੱਟ ਕੇ ਗੱਲ ਨਾਲ ਲਾਇਆ, ਕਹਿੰਦੇ ਮਰਦਾਨਾ ਜੀ ਤੁਸੀਂ ਇੱਕ ਦਿਨ ਕਿਹਾ ਸੀ ਨਾ, ਤੁਸੀਂ ਆਮ ਹੀ ਕਹਿੰਦੇ ਸੀ ਕਿ ਤੇਰੇ ਤੇ ਮੇਰੇ 'ਚ ਬਹੁਤਾ ਫਰਕ ਨਹੀਂ, ਤੇ ਅੱਜ ਮੈਂ ਤੈਨੂੰ ਕਹਿੰਦਾ ਵੀ ਤੇਰੇ ਤੇ ਮੇਰੇ 'ਚ ਜਮਾ ਹੀ ਫਰਕ ਨਹੀਂ, ਥੋੜਾ ਜਿਹਾ ਨਹੀਂ, ਜਮਾ ਹੀ ਫਰਕ ਨਹੀਂ, ਆਪਾਂ ਇੱਕ ਹੈ, ਦਿਲ ਕਰਦਾ ਤੈਨੂੰ ਕੁਝ ਦੇਣਾ ਹੈ। ਕਹਿੰਦੇ ਬਾਬਾ ਸਾਰਾ ਕੁਝ ਤਾਂ ਦੇਤਾ, ਹੁਣ ਰਹਿ ਕੀ ਗਿਆ, ਸਾਰਾ ਕੁਝ ਤਾਂ ਦੇਤਾ। ਕਹਿੰਦੇ ਨਹੀਂ ਫਿਰ ਵੀ ਦੇਣਾ ਜੇ ਬਾਬਾ ਜੀ ਤਰੁੱਠੇ ਹੀ ਹੋਣਾ। ਵੇਖੋ ਸਰੀਰ ਦੇ ਤੌਰ ਤੇ ਤਾਂ ਮੈਂ ਤੁਹਾਡੇ ਕੋਲੋਂ ਪਹਿਲਾਂ ਚੱਲਿਆ, ਪਰ ਕਿਰਪਾ ਕਰਿਓ ਜੀ ਸਾਨੂੰ ਆਪਣੇ ਨਾਲੋਂ ਕਦੇ ਵਿਛੋੜਿਓ ਨਾ, ਨਾ ਇੱਥੇ ਨਾ ਉੱਥੇ, ਨਾ ਇੱਥੇ ਨਾ ਉੱਥੇ। ਗੁਰੂ ਗ੍ਰੰਥ ਸਾਹਿਬ ਸਾਡੇ ਕੋਲ ਹੈ, ਭਾਈ ਮਰਦਾਨਾ ਜੀ ਕੀਰਤਨ ਦੇ ਰੂਪ ਵਿੱਚ ਸਾਡੇ ਕੋਲ ਹੈ ਅੱਜ ਵੀ। ਗੁਰੂ ਨਾਨਕ ਸਾਹਿਬ ਨੇ ਉਹਨਾਂ ਦੀ ਇਹ ਮੰਗ ਪ੍ਰਵਾਨ ਕੀਤੀ, ਭਾਈ ਮਰਦਾਨਾ ਜੀ ਵੀ ਸਾਡੇ ਕੋਲ ਹੈ, ਗੁਰੂ ਨਾਨਕ ਸਾਹਿਬ ਵੀ ਸਾਡੇ ਕੋਲ ਹੈ। ਪਿੰਡ ਆਏ, ਭਾਈ ਮਰਦਾਨਾ ਜੀ ਦਾ ਸਰੀਰ ਪੂਰੇ ਹੋ ਗਏ, ਉਹ ਕਿਉਂਕਿ ਬਹੁਤੇ ਤਾਂ ਅਧੂਰੇ ਹੀ ਮਰਦੇ ਨਾ, ਪੂਰੇ ਤਾਂ ਵਿਰਲੇ ਹੀ ਹੁੰਦੇ ਆ। ਭਾਈ ਮਰਦਾਨਾ ਜੀ ਪੂਰੇ ਹੋ ਗਏ, ਗੁਰੂ ਨਾਨਕ ਸਾਹਿਬ ਪਿੰਡ ਆਏ, ਹੁਣ ਸਰੀਰ ਸੰਭਾਲ ਕੇ ਉਹਨਾਂ ਦਾ ਜਦੋਂ ਪਿੰਡ ਆਏ ਤੇ ਭਾਈ ਮਰਦਾਨਾ ਜੀ ਦਾ ਬੇਟਾ, ਹੁਣ ਗੁਰੂ ਨਾਨਕ ਸਾਹਿਬ ਦੀ ਮਹਿਮਾ ਬਹੁਤ ਦੂਰ ਦੂਰ ਤੱਕ ਹੈ। ਗੁਰੂ ਨਾਨਕ ਆਏ ਤੇ ਭਾਈ ਮਰਦਾਨਾ ਜੀ ਦਾ ਬੇਟਾ ਪੁੱਛਦਾ ਬਾਬਾ ਅੱਬੂ ਕਿੱਥੇ, ਤੇ ਉਹ ਕਹਿੰਦੇ ਵੀ ਜਿਹੜੇ ਅੱਲਾ ਦੇ ਕੋਲ ਚਲੇ ਜਾਂਦੇ ਆ ਉਹਨਾਂ ਲਈ ਦੁਖੀ ਨਹੀਂ ਹੋਈਦਾ, ਤੁਸਾਂ ਦੇ ਅੱਬੂ ਅੱਲਾ ਦੇ ਕੋਲ ਚਲੇ ਗਏ, ਰੱਬ ਦੇ ਕੋਲ ਚਲੇ ਗਏ। ਬਾਬਾ ਸਾਡੇ ਅੱਬੂ ਦਾ ਤੁਹਾਡੇ ਨਾਲ ਪਿਆਰ ਬਹੁਤ ਸੀ, ਕਹਿੰਦਾ ਹਾਂਜੀ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਬਾਬਾ ਬੇਟੇ, ਮਰਦਾਨਾ ਜੀ ਦੇ ਬੇਟੇ ਨੂੰ ਕਹਿ ਰਹੇ ਅਸੀਂ ਤੈਨੂੰ ਕੁਝ ਦੇਣਾ ਹੈ, ਅਸੀਂ ਤੈਨੂੰ ਕੁਝ ਦੇਣਾ ਹੈ, ਤੁਹਾਡੇ ਅੱਬੂ ਨੂੰ ਵੀ ਦਿੱਤਾ ਸੀ। ਉਹ ਕਹਿੰਦਾ ਬਾਬਾ ਸਾਨੂੰ ਤਾਂ ਮੰਗਣਾ ਵੀ ਨਹੀਂ ਆਉਂਦਾ, ਸਾਨੂੰ ਤਾਂ ਮੰਗਣਾ ਵੀ ਨਹੀਂ ਆਉਂਦਾ। ਕਹਿੰਦੇ ਨਹੀਂ ਦੇਣਾ ਹੈ, ਫਿਰ ਵੀ ਕੁਝ ਦੇਣਾ। ਕਹਿੰਦੇ ਬਾਬਾ ਤੁਸੀਂ ਕਿਹਾ ਸੀ ਨਾ ਵੀ ਅੱਬੂ ਨੂੰ ਕੁਝ ਦਿੱਤਾ ਹੈ, ਕਹਿੰਦੇ ਹਾਂਜੀ। ਕਹਿੰਦੇ ਤੁਸੀਂ ਵੀ ਵੱਡੇ ਹੋ, ਅੱਬੂ ਵੀ ਵੱਡੀ ਸੀ, ਵੱਡਿਆਂ ਨੇ ਵੱਡਿਆਂ ਨੂੰ ਕੋਈ ਵੱਡੀ ਚੀਜ਼ ਹੀ ਦਿੱਤੀ ਹੋਣੀ ਆ, ਉਹੀ ਦੇ ਦਿਓ ਜਿਹੜੀ ਅੱਬੂ ਨੂੰ ਦਿੱਤੀ ਸੀ, ਉਹੀ ਦੇ ਦਿਓ। ਆਓ ਸਾਨੂੰ ਵੀ ਆਏ ਮੰਗਣਾ ਆ ਜੇ। ਗੁਰੂ ਅੰਗਦ ਸਾਹਿਬ ਪਾਤਸ਼ਾਹ ਦੀ ਮਾਤਾ ਸੁਲੱਖਣੀ ਜੀ ਕਈ ਵਾਰ ਕਹਿ ਦਿੰਦੇ ਸੀ ਕਿ ਤੁਸੀਂ ਲੈਣੇ ਨਾਲ ਥੋੜਾ ਜਿਹਾ ਜ਼ਿਆਦਾ ਧੱਕਾ ਨਹੀਂ ਕਰਦੇ। ਵੀ ਕਈ ਵਾਰ ਉਹਨੂੰ ਚਿੱਕੜ ਚੋਂ ਪੰਡ ਕੱਢਣ ਲਈ ਕਹਿ ਦਿੰਦੇ ਹੋ, ਕਈ ਵਾਰ ਕੀ ਕਹਿ ਦਿੰਦੇ ਹੋ, ਕਈ ਵਾਰ ਦਰਖਤਾਂ ਨੂੰ ਮਠਿਆਈ ਲਾਉਣ ਲਈ ਕਹਿ ਦਿੰਦੇ ਹੋ। ਗੁਰੂ ਸਾਹਿਬ ਹੱਸ ਪੈਂਦੇ ਸੀ, ਕਹਿੰਦੇ ਸੀ ਇਹ ਆਪਣੇ ਬੱਚੇ ਵੀ ਤਾਂ ਇਹ ਆਖੇ ਨੇ, ਕਿ ਉਹ ਪਤਾ ਹੀ ਸੀ ਵੀ ਆਖੇ ਉਹ ਨਹੀਂ ਲੱਗ ਰਹੇ, ਉਵੇਂ ਨਹੀਂ ਲੈ ਰਹੇ। ਗੁਰੂ ਸਾਹਿਬ ਦੇ ਹਰ ਬਚਨ ਨੂੰ, ਕਿ ਜੇ ਕੰਧ ਢਾਉਣੀ ਹੈ ਤਾਂ, ਜੇ ਕੰਧ ਡਿੱਗੀ ਸੀ ਉਹਨੂੰ ਰਾਤ ਨੂੰ ਕੱਢਣਾ ਤਾਂ, ਆਪਣੇ ਬੱਚੇ ਜਾਂ ਹੋਰ ਕੋਈ ਕਹਿੰਦੇ ਕੋਈ ਨਹੀਂ ਸਵੇਰੇ ਕਰ ਲਾਂਗੇ ਨਾ, ਅਸੀਂ ਵੀ ਐਂ ਕਰਦੇ ਹਾਂ ਨਾ, ਅਸੀਂ ਵੀ ਐਂ ਕਰਦੇ ਹਾਂ, ਆਹ ਸੇਵਾ ਕਰ ਕੋਈ ਨਹੀਂ, ਇਹ ਤਾਂ ਸਵੇਰੇ ਹੋ ਜਾਊਗਾ, ਇਹ ਤਾਂ ਠੰਡ ਹੈ, ਕੋਈ ਗੱਲ ਨਹੀਂ। ਤੇ ਜਿਨ੍ਹਾਂ ਨੂੰ ਜ਼ਿੰਮੇਵਾਰੀਆਂ ਮਿਲਦੀਆਂ ਹੁੰਦੀਆਂ ਨਾ, ਉਹ ਫਿਰ ਸੱਤ ਬਚਨ ਹੀ ਕਹਿੰਦੇ ਆ। ਮੈਂ ਨਾਲ ਜਥੇਬੰਦਕ ਸੇਧਾਂ ਸਾਂਝੀਆਂ ਕਰ ਰਿਹਾ, ਕਿਰਪਾ ਕਰਿਓ ਜੀ ਇਹਨੂੰ ਆਪ ਸੈਲਫ ਇਮੈਜੀਨੇਟ ਕਰਿਓ ਜੇ। ਜਿਨ੍ਹਾਂ ਨੇ ਜ਼ਿੰਮੇਵਾਰੀਆਂ ਲੈਣੀਆਂ ਹੁੰਦੀਆਂ ਨਾ, ਜਿਨ੍ਹਾਂ ਨੂੰ ਜ਼ਿੰਮੇਵਾਰੀਆਂ ਮਿਲਣੀਆਂ ਹੁੰਦੀਆਂ, ਜਾਂ ਜਿਨ੍ਹਾਂ ਨੂੰ ਗੁਰੂ ਨੇ ਜ਼ਿੰਮੇਵਾਰੀਆਂ ਦੇਣੀਆਂ ਹੁੰਦੀਆਂ, ਉਹ ਫਿਰ ਸਮਿਆਂ, ਹਨੇਰੇ, ਝੱਖੜ, ਵਿਆਹ, ਭੋਗ, ਘਰ 'ਚ ਕੀ ਹੈ ਕੀ ਨਹੀਂ ਹੋ ਰਿਹਾ, ਇਹ ਮੈਟਰ ਨਹੀਂ ਕਰਦਾ। ਫਿਰ ਤੇ ਆਪਣੇ ਪਿੱਛੇ ਚੱਲਣ ਵਾਲਿਆਂ ਨੂੰ ਨਾ ਗੁਰੂ ਆਪਣੇ ਵਰਗਾ ਕਰ ਦਿੰਦਾ। ਭਾਈ ਮਰਦਾਨਾ ਜੀ ਦੀ ਅਸੀਂ ਉਦਾਹਰਨ ਲਈ ਹੈ, ਗੁਰੂ ਅੰਗਦ ਸਾਹਿਬ ਪਾਤਸ਼ਾਹ ਜੀ। ਨਿਥਾਵਾਂ ਤੇ ਨਗੁਰਾ
ਕਿਹਾ ਜਾਂਦਾ ਸੀ ਬਾਬਾ ਅਮਰੂ ਜੀ ਨੂੰ। ਨਗੁਰਾ ਹੈ, 62 ਸਾਲਾਂ ਦੀ ਉਮਰ, ਤੇ ਗੁਰੂ ਅੰਗਦ ਪਾਤਸ਼ਾਹ ਦੇ ਚਰਨਾਂ 'ਚ ਆਏ। 62 ਸਾਲਾਂ ਦੀ ਉਮਰ ਹੈ। ਕਹਿੰਦੇ ਵੀ ਦਿਲ ਤੇ ਸੱਟ ਵੱਜ ਗਈ ਵੀ ਮੈਨੂੰ ਨਗੁਰਾ ਕਿਹਾ ਕਿਸੇ ਨੇ, ਨਿਥਾਵਾਂ ਕਿਹਾ, ਮੇਰੀ ਕੋਈ ਥਾਂ ਨਹੀਂ ਹੈਗੀ। ਤੇ ਜਿਹਨੇ ਸਾਰੀ ਉਮਰ ਉਸ ਏਜ ਤੱਕ, ਜਿਹਨੇ ਸਾਰੀ ਉਮਰ ਕੋਈ ਕਵਿਤਾ ਤੱਕ ਵੀ ਨਹੀਂ ਲਿਖੀ, ਸੇਵਾ ਕੀਤੀ, ਸੇਵਾ ਕੀਤੀ, ਸੇਵਾ ਕੀਤੀ। ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਬਣੇ। ਤੇ ਜਿਨ੍ਹਾਂ ਨੇ, ਆਪਾਂ ਕਹਿੰਦੇ ਨਾ ਵੀ 60 ਤੋਂ ਬਾਅਦ ਤਾਂ ਬੰਦਾ ਸਠਿਆ ਜਾਂਦਾ ਹੈ। ਦੇਖੋ ਸੇਵਾ ਦੀ ਕਿਹੜੀ ਉਮਰ ਹੈ ਤੇ ਬਖਸ਼ਿਸ਼ਾਂ ਕਿੱਡੀਆਂ ਕਿੱਡੀਆਂ। ਜਿਹੜੀ ਵੀਰ ਜੀ ਗੱਲ ਕਰਕੇ ਗਏ ਨਾ ਸਵੇਰੇ, ਗੁਰੂ ਦੀ ਕਲਾ ਵਰਤਣੀ। ਹੁਣ ਸਾਰੀ ਉਮਰ ਕੋਈ ਕਵਿਤਾ ਨਾ ਲਿਖੀ ਹੋਵੇ। ਹੁਣ ਐਸੀ ਕਿਹੜੀ ਚੀਜ਼ ਸੀ, ਐਸਾ ਗੁਰੂ ਬਾਬਾ ਅਮਰਦਾਸ ਜੀ ਸੀ ਜਦੋਂ ਪਹਿਲਾਂ, ਉਹਨਾਂ ਅੰਦਰ ਐਸੀ ਕਿਹੜੀ ਚੀਜ਼ ਆਈ ਜਿਨ੍ਹਾਂ ਨੇ ਰਾਗਾਂ ਦੇ ਵਿੱਚ, ਜਿਨ੍ਹਾਂ ਰਾਹੀਂ ਰਾਗਾਂ ਦੇ ਵਿੱਚ ਬਾਣੀ ਇਸ ਸੰਸਾਰ 'ਚ ਆ ਗਈ। ਤੇ ਜਿਨ੍ਹਾਂ ਦੇ ਦਰ ਤੇ ਆ ਕੇ ਐਸੇ ਕਿਹੜੇ ਨਿਯਮ ਬਣਾਏ ਉਹਨਾਂ ਨੇ, ਜਿਨ੍ਹਾਂ ਦੇ ਦਰ ਤੇ ਆ ਕੇ ਐਸਾ ਕੀ ਕਿਰਦਾਰ ਸੀ ਸਮੇਂ ਦਾ ਬਾਦਸ਼ਾਹ, ਜਿਹਨੇ ਵੋਟਾਂ ਨਹੀਂ ਸੀ ਲੈਣੀਆਂ, ਜਿਹਨੇ ਵੋਟਾਂ ਨਹੀਂ ਸੀ ਲੈਣੀਆਂ ਗੁਰੂ ਘਰ ਦੀਆਂ, ਉਹ ਗੋਇੰਦਵਾਲ ਸਾਹਿਬ ਆ ਕੇ ਉੱਥੇ ਪ੍ਰਸ਼ਾਦਾ ਛਕਦਾ ਜਿੱਥੇ ਸਾਰੇ ਛਕਦੇ ਆ, ਪਹਿਲਾਂ ਪੰਗਤ ਪਾਛੇ ਸੰਗਤ। ਐਸਾ ਕੀ ਕਰਤਾ ਔਰ ਐਸਾ ਕੀ ਕੀਤਾ, ਜਾਂ ਐਸਾ ਕੀ ਕਿਰਦਾਰ ਸੀ ਭਾਈ ਜੇਠਾ ਜੀ ਦਾ। ਲਾਹੌਰ ਦੀਆਂ ਗਲੀਆਂ ਦੇ ਵਿੱਚ, ਜਿਨ੍ਹਾਂ ਨੂੰ ਚੂਨਾ ਮੰਡੀ ਲਾਹੌਰ ਦੇ ਵਿੱਚ ਕੜਮਾਂ ਤੱਕ ਵੀ ਕਿਹਾ ਜਾਂਦਾ ਸੀ ਵੀ ਮਾਂ-ਬਾਪ ਹੈ ਨਹੀਂ, ਇਹਦੇ ਬੱਚੇ, ਇਹ ਛੋਟੇ ਹੁੰਦਿਆਂ ਤੋਂ ਇਹ ਆਪਣੇ ਮਾਂ-ਬਾਪ ਨੂੰ, ਇਹਦੇ ਬੱਚੇ, ਮਾਵਾਂ ਬੱਚਿਆਂ ਨੂੰ ਖੇਡਣ ਤੋਂ ਰੋਕ ਦਿੰਦੀਆਂ ਸੀ। ਉਹ ਕੋਮਲ ਹਿਰਦੇ ਨੇ ਕੀ ਸੋਚਿਆ ਹੋਣਾ। ਤੇ ਨਾਨੀ ਦਾ ਕੋਈ ਜੀ ਥੋੜੀ ਕਰਦਾ ਹੋਣਾ ਵੀ ਉਹ ਬੱਚੇ ਨੂੰ ਘੁੰਗਣੀਆਂ ਵੇਚਣ ਲਾਵੇ। ਘਰੇ ਸਾਧਨ ਨਹੀਂ ਨਾ ਹੋਣੇ, ਘਰੇ ਸਾਧਨ ਨਹੀਂ ਸੀਗੇ। ਉਬਲੇ ਛੋਲੇ ਵੇਚਦਾ ਭਾਈ ਜੇਠਾ ਗੁਰੂ ਦੇ ਦਰ ਤੇ ਆਇਆ ਔਰ ਐਸੀ ਸੇਵਾ ਕੀਤੀ ਕਿ ਸਮੇਂ ਦੇ ਗੁਰੂ ਅਮਰਦਾਸ ਜੀ ਆਪਣੀ ਬੇਟੀ ਬੀਬੀ ਭਾਨੀ ਜੀ ਦਾ ਰਿਸ਼ਤਾ ਉਹਨਾਂ ਨਾਲ ਕਰਦੇ ਆ। ਕਮਾਲ ਹੋ ਗਈ। ਕੀ ਦੇਖ ਰਹੇ, ਸੇਵਾ ਵੇਖ ਰਹੇ। ਇਕੱਲੇ ਸਾਡੇ ਗੁਰੂ ਸਾਹਿਬਾਨ ਜਾਤਾਂ ਪਾਤਾਂ ਦੀ ਸੇਵਾ ਵੇਂਦੇ ਆ, ਉਹ ਪ੍ਰਾਪਰਟੀਆਂ ਨਹੀਂ ਵੇਂਦੇ। ਭਾਈ ਜੇਠੇ ਦੇ ਕਿਹੜੇ ਕਿੱਲੇ ਸੀ, ਭਾਈ ਜੇਠਾ ਜੀ ਦੇ ਕਿਹੜੇ ਕਿੱਲੇ ਸੀ? ਬਸ ਇੱਕ ਹੀ ਕਿੱਲਾ ਸੀ ਜਿਹੜਾ ਉਹ ਗੁਰੂ ਦੇ ਨਾਲ ਸੀ। ਤੇ ਕਮਾਲ ਦੀ ਗੱਲ ਇਹ ਹੈ ਵੀ ਜਿਹਨੂੰ ਲੋਕ ਕੜਮਾ ਕਹਿੰਦੇ, ਪਿਛਲੇ 22 ਅਕਤੂਬਰ ਨੂੰ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਹੋਇਆ ਨਾ, ਤੇ ਉੱਥੇ ਜਾਣ ਦਰਸ਼ਨ ਕਰਨ ਦੇ ਮੌਕਾ ਮਿਲਿਆ। ਮੈਂ ਕਈ ਵਾਰ ਸੋਚ ਰਿਹਾ ਸੀ ਵੀ ਮੱਥਾ ਟੇਕਣ ਵਾਲਿਆਂ ਦੀਆਂ ਲਾਈਨਾਂ ਲੱਗੀਆਂ ਸੀ, ਸੇਵਾ ਕਰਨ ਵਾਲਿਆਂ ਦੀਆਂ ਲਾਈਨਾਂ ਲੱਗੀਆਂ ਸੀ, ਲੰਗਰ ਛਕਣ ਵਾਲਿਆਂ ਦੀਆਂ ਲਾਈਨਾਂ ਲੱਗੀਆਂ ਸੀ, ਉਹਦੇ ਦਰ ਤੇ ਭਾਂਡੇ ਮਾਂਜਣ ਵਾਲਿਆਂ ਦੀਆਂ ਵੀ ਲਾਈਨਾਂ ਲੱਗੀਆਂ। ਲੋਕ ਉੱਥੇ ਭਾਂਡੇ ਮਾਂਜਣ ਨੂੰ, ਭਾਂਡਿਆਂ ਦੀ ਸੇਵਾ ਕਰਨ ਨੂੰ ਆਪਦੇ ਧੰਨ ਭਾਗ ਸਮਝ ਰਹੇ ਸੀ। ਔਰ ਮੈਂ ਇੱਕ ਗੁਰਸਿੱਖ ਦੇ ਐਸੇ ਦਰਸ਼ਨ ਕੀਤੇ ਜਿਹੜਾ ਉੱਥੇ ਦਹਲੀਜ਼ ਦੇ ਵਿੱਚ ਆਏ ਮੱਥੇ ਰਗੜ ਰਿਹਾ ਸੀ ਜਿਵੇਂ ਆਪਣੇ ਕਰਮ ਬਦਲ ਰਿਹਾ ਹੋਵੇ। ਮੈਂ ਸੋਚਿਆ ਇਹਦੇ ਕਰਮ ਕਿਉਂ ਨਾ ਬਦਲਣਗੇ, ਇਹਦੀ ਕਿਸਮਤ ਕਿਉਂ ਨਾ ਬਦਲੂਗੀ। ਇਹ ਉਹਦੇ ਦਰ ਤੇ ਆਇਆ ਜਿਹੜਾ ਕਰਮ ਲਿਖਦਾ, ਜਿਹਨੂੰ ਲੋਕ ਕੜਮਾ ਕਹਿੰਦੇ ਸੀ, ਉਹਦੇ ਦਰ ਤੇ ਆਇਆ ਜਿਹੜਾ ਕਰਮ ਲਿਖਦਾ ਹੈ, ਜਿਹਨੂੰ ਕਦੇ ਰੋਟੀ ਨਹੀਂ ਸੀ ਨਸੀਬ ਹੁੰਦਾ ਤੇ ਲੱਖਾਂ ਦੁਨੀਆ ਉੱਥੋਂ ਪ੍ਰਸ਼ਾਦਾ ਛਕਦੀ ਹੈ। ਧੰਨ ਗੁਰੂ ਰਾਮਦਾਸ ਜੀ। ਤਤੀ ਤਵੀ ਤੇ 95 ਪਾਤਸ਼ਾਹ ਵਿਰਾਜਮਾਨ, ਤੇ ਅੰਦਰ ਸਾਈਂ ਮੀਆਂ ਮੀਰ ਜੀ ਦਾ ਉਛਾਲਾ ਖਾ ਗਿਆ। ਪਿਆਰ ਸੀ ਨਾ, ਪਿਆਰ ਬਹੁਤ ਸੀ। ਜਦੋਂ ਗੁਰੂ ਦੇ ਸਰੀਰਾਂ ਦੀ ਬੇਅਦਬੀ ਹੁੰਦੀ ਹੈ, ਪਿਆਰ ਵਾਲਿਆਂ ਦੇ ਸਰੀਰ ਉਛਾਲਾ ਖਾ ਹੀ ਜਾਂਦੇ। ਤਤੀ ਤਵੀ ਤੇ ਗੁਰੂ ਸਾਹਿਬ ਸਰੀਰ ਪਿਘਲ ਰਿਹਾ ਉਹਨਾਂ ਦਾ। ਜੂਨ ਦਾ ਮਹੀਨਾ ਹੈ, ਥੱਲੇ ਅੱਗ ਬਲਦੀ ਪਈ ਹੈ, ਤਤੀ ਤਵੀ ਹੈ, ਤੇ ਸਾਈਂ ਮੀਆਂ ਮੀਰ ਜੀ ਦਾ ਮਨ ਛਾਲਾ ਖਾ ਗਿਆ। ਤੇ ਮਨ ਚ ਕਹਿ ਰਹੇ ਆ, ਸੁਰਤ ਰਾਹੀਂ ਗੱਲ ਕਰ ਰਹੇ, ਕਹਿੰਦੇ ਤਖਤੇ ਪਲਟਦੇ ਆ, ਲਾਹੌਰ ਦੇ ਤਖਤੇ ਪਲਟਦਾ, ਤੇਰਾ ਕੀ ਆ ਮੀਠਾ। ਲਾਗੇ ਵਾਲੇ ਉਹਨਾਂ ਨੂੰ ਜਵਾਬ ਦਿੰਦੇ ਆ, ਕਹਿੰਦੇ ਵੀ ਆਇਆ ਕਿੱਥੋਂ ਹੈ, ਤਖਤੇ ਪਲਟਣ ਦੀ ਤਾਕਤ ਆਈ ਕਿੱਥੋਂ ਹੈ। ਇਹ ਉਹੀ ਪਲਟੂਗਾ
ਜਿਹਨੇ ਪਲਟਣੇ ਆ ਹੁਕਮ ਦੇ ਵਿੱਚ, ਮੀਰੀ ਪੀਰੀ ਦਾ ਮਾਲਕ। ਮੀਰੀ ਪੀਰੀ ਦਾ ਮਾਲਕ ਜਹਾਂਗੀਰ ਨੇ ਆਪਦੀ ਗਲਤੀ ਦੀ ਮਾਫੀ ਮੰਗੀ। ਆਗਰੇ ਦੇ ਵਿੱਚ ਉਹਦੇ ਨਾਲ ਸ਼ਿਕਾਰ ਖੇਡ ਰਹੇ ਹੈ। ਇੱਕ ਘਾਹੀ ਗੁਰਸਿੱਖ ਜਿਹਦਾ ਜਿਹੜਾ ਘਾਹ ਖੋਦਦਾ ਤੇ ਜਿਹਨੇ ਛੇਵੇਂ ਪਾਤਸ਼ਾਹ ਦੇ ਕਦੇ ਦਰਸ਼ਨ ਨਹੀਂ ਕੀਤੇ, ਉਹ ਕਹਿੰਦਾ ਹੈ ਵੀ ਮੇਰੇ ਕੋਲ ਮੈਂ ਕੀ ਭੇਟਾ ਕਰੂੰਗਾ ਉਹਨਾਂ ਕੋਲੇ ਜਾ ਕੇ, ਵੀ ਸੱਚੇ ਪਾਤਸ਼ਾਹ ਆਏ ਆ, ਮੈਂ ਭੇਟਾ ਕੀ ਕਰੂੰਗਾ ਉਹਨਾਂ ਕੋਲੇ। ਉਹ ਕਹਿੰਦੇ ਵੀ ਉਹ ਕਿਹੜਾ ਜੇਬਾਂ ਵੇਂਦਾ, ਉਹਦਾ ਦਿਲ ਵੇਂਦਾ। ਕਿਸੇ ਨੇ ਦੱਸਿਆ ਵੀ ਉਹ ਕਿਹੜਾ ਜੇਬਾਂ ਵੇਂਦਾ, ਉਹਦਾ ਦਿਲ ਵੇਂਦਾ। ਕਹਿੰਦੇ ਅੱਛਾ, ਹਾਂ ਸੱਚ ਇਹ ਵੀ ਗੱਲ ਠੀਕ ਹੈ ਵੀ ਉਹ ਤਾਂ ਦਿਲ ਹੀ ਵੇਖਦਾ, ਉਹ ਕਿਹੜਾ ਜੇਬਾਂ ਵੇਖਦਾ। ਆ ਕੌਡੀ ਕਮਾਈ ਹੈਗੀ ਹੈ, ਕਿਰਤ ਕਮਾਈਆਂ ਚੋਂ ਕੌਡੀ ਕੁ ਕਮਾਈ ਹੈ, ਇਹ ਉਹਦੇ ਚਰਨਾਂ 'ਚ ਭੇਟ ਕਰਾਂਗੇ ਜਾ ਕੇ। ਤੇ ਨਾਲ ਕਹਿੰਦੇ ਵੀ ਸੱਚੇ ਪਾਤਸ਼ਾਹ ਦੇ ਘੋੜੇ ਆ ਜਿਹੜੇ, ਉਹ ਵੀ ਬੜੇ ਕਮਾਲ ਦੇ ਹੈ ਤੇ ਬਹੁਤ ਉੱਚੇ ਉੱਚੇ ਹੈ, ਤੇ ਉਹਨਾਂ ਵਾਸਤੇ ਸੋਹਣਾ ਸੋਹਣਾ ਘਾਹ ਖੋਦ ਕੇ ਲੈ ਕੇ ਜਾਊਂਗਾ। ਤੇ ਉਹ ਲੈ ਕੇ ਜਾਂਦਾ ਘਾਹ ਦੀ ਪੰਡ, ਤੇ ਉਹ ਕੌਡੀ ਲੈ ਕੇ ਤੁਰਿਆ ਜਾ ਰਿਹਾ, ਤੇ ਅੱਗੇ ਤੰਬੂ ਜਹਾਂਗੀਰ ਦਾ, ਤੇ ਅਗਲੇ ਪਾਸੇ ਉਸ ਤੋਂ ਗਾਂਹ ਜਿੱਧਰੋਂ ਜਾ ਰਿਹਾ ਉਹ ਤੋਂ ਪਹਿਲਾਂ ਤੰਬੂ ਜਹਾਂਗੀਰ ਦਾ ਹੁੰਦਾ ਹੈ। ਤੇ ਭੁਲੇਖੇ ਨਾਲ ਉਹ ਕਹਿੰਦੇ ਵੀ ਮੈਂ ਸੱਚੇ ਪਾਤਸ਼ਾਹ ਨੂੰ ਮਿਲਣਾ ਜੀ, ਮਾਲਕਾਂ ਨੂੰ ਮਿਲਣਾ। ਤੇ ਉਹ ਕਿਤੇ ਉਹਦਾ ਖੜਾ ਸੀ ਜਹਾਂਗੀਰ ਦਾ ਸਿਪਾਹੀ, ਉਹ ਕਹਿੰਦਾ ਵੀ ਮਾਲਕ ਤਾਂ ਅੰਦਰ ਹੀ ਹੈ, ਕਿਉਂਕਿ ਉਹਨਾਂ ਲਈ ਤਾਂ ਫਿਰ ਉਹੀ ਮਾਲਕ ਸੀ ਨਾ। ਉਹ ਅੰਦਰ ਗਿਆ ਤੇ ਕੌਡੀ ਰੱਖੀ ਤੇ ਨਾਲ ਆਪਦੀ ਘਾਹ ਦੀ ਪੰਡ ਰੱਖੀ, ਕਹਿੰਦੇ ਜੀ ਜਨਮ ਮਰਨ ਕੱਟ ਦਿਓ। ਤੇ ਜਹਾਂਗੀਰ, ਚਲੋ ਮੈਂ ਕਹਿੰਦਾ ਇਸ ਵਿਸ਼ੇ ਤੇ ਜਹਾਂਗੀਰ ਦੀ ਵੀ ਥੋੜਾ ਜਿਹਾ ਸਿਆਣਾ ਹੀ ਕਹਿ ਸਕਦੇ ਹਾਂ ਆਪਾਂ ਨੂੰ, ਚਲੋ ਗਲਤੀਆਂ ਵੀ ਬਹੁਤ ਵੱਡੀਆਂ ਸੀ, ਪਰ ਇਸ ਵਿਸ਼ੇ ਤੇ ਚਲੋ ਮੰਨ ਗਿਆ ਵੀ ਕਹਿੰਦਾ ਮੈਂ ਸੱਚੇ ਬਾਦਸ਼ਾਹ ਨਹੀਂ ਹੈਗਾ, ਮੈਂ ਤਾਂ ਮੁਲਕ ਦਾ ਬਾਦਸ਼ਾਹ। ਚਲੋ ਮੰਨ ਗਿਆ ਕਿ ਮੇਰੇ ਵਰਗਾ ਬੈਠਾ ਹੁੰਦਾ ਹੁਣ ਕਹਿੰਦਾ ਚੱਲ ਠੀਕ ਹੈ ਜੀ, ਕੱਟ ਦਿੰਨੇ ਆ, ਕੋਈ ਗੱਲ ਨਹੀਂ ਕੱਟ ਦਿੰਨੇ। ਹੁਣ ਉਹ ਕਹਿੰਦਾ ਵੀ ਹੁਣ ਸਮਝ ਲੱਗ ਗਈ ਵੀ ਇਹ ਗੁਰੂ ਹਰਗੋਬਿੰਦ ਪਾਤਸ਼ਾਹ ਕੋਲ ਆਇਆ, ਕਹਿੰਦਾ ਵੀ ਭਾਈ ਮੈਂ ਮੁਲਕ ਦਾ ਬਾਦਸ਼ਾਹ ਜਹਾਂਗੀਰ ਹੈ, ਜਿਹਦੀ ਤੂੰ ਗੱਲ ਕਰਦਾ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਮੈਨੂੰ ਲੱਗਦਾ ਤੂੰ ਮਿਲਣਾ। ਉਹਨਾਂ ਦਾ ਤੰਬੂ ਅਗਲੇ ਪਾਸੇ ਆ, ਉਹਨੇ ਕੌਡੀ ਵੀ ਚੱਕੀ ਤੇ ਭੰਡ ਵੀ ਚੱਕ ਲਈ। ਉਹ ਕਹਿੰਦਾ ਯਾਰ ਵੀ ਮੈਂ ਮੰਨ ਗਿਆ ਵੀ ਮੈਂ ਵੀ ਤੇਰਾ ਸੱਚੇ ਪਾਤਸ਼ਾਹ ਨਹੀਂ ਹੈਗਾ, ਗੁਰੂ ਹਰਗੋਬਿੰਦ ਪਾਤਸ਼ਾਹ ਨਹੀਂ ਹੈਗਾ, ਪਰ ਮੁਲਕ ਦਾ ਬਾਦਸ਼ਾਹ ਯਾਰ। ਤੇ ਉਹਦੇ ਅੱਗੇ ਤੂੰ ਆ ਪੰਡ ਘਾਹ ਦੀ ਰੱਖ ਕੇ ਤੇ ਕੌਡੀ ਰੱਖ ਕੇ, ਹੁਣ ਮੈਨੂੰ ਪਤਾ ਵੀ ਤੂੰ ਇਹ ਭੇਟ ਹੀ ਕੀਤੀ ਐ, ਚੱਕੀ ਦੀ ਨਹੀਂ ਹੁੰਦੀ ਅੱਗੋਂ। ਉਹ ਕਹਿੰਦਾ ਵੀ ਇਹ ਤੁਹਾਡੇ ਵਾਸਤੇ ਤਾਂ ਹੈ ਨਹੀਂ ਜੀ, ਇਹ ਤਾਂ ਉਹਨਾਂ ਵਾਸਤੇ ਸੀ। ਉਹ ਕਹਿੰਦਾ ਕੌਡੀ ਤਾਂ ਹੈ, ਕਹਿੰਦਾ ਕੌਡੀ ਇਹ ਚ ਮਾਰੋ ਪਿਆਰ ਆ ਮੇਰਾ, ਇਹ ਚ ਪਿਆਰ ਬਹੁਤ ਜ਼ਿਆਦਾ ਹੈਗਾ, ਇਹ ਹੁਣ ਤੁਹਾਡੇ ਵਾਸਤੇ ਹੈ ਹੀ ਨਹੀਂ, ਤੁਹਾਨੂੰ ਥੋੜੀ ਭੇਟਾ ਕਿ ਸੱਚੇ ਮੇਰੇ ਤੋਂ ਤਾਂ ਗਲਤੀ ਹੋਈ ਹੈ, ਮੈਂ ਤਾਂ ਫਿਰ ਗਲਤੀ ਤਾਂ ਸੁਧਾਰਨੀ ਤਾਂ ਹੈ ਨਾ। ਜਦੋਂ ਪਤਾ ਨਹੀਂ ਸੀ ਗਲਤੀ ਹੋ ਗਈ ਤੇ ਹੁਣ ਗਲਤੀ ਪਤਾ ਲੱਗ ਗਈ ਤਾਂ ਗਲਤੀ ਸੁਧਾਰ ਲਈ, ਤੇ ਮੈਂ ਤਾਂ ਚੱਕ ਲਈ ਕੌਡੀ। ਉਹ ਕਹਿੰਦਾ ਯਾਰ ਮੈਂ ਤੈਨੂੰ ਮੋਹਰਾਂ ਦਿੰਦਾ। ਕਹਿੰਦਾ ਜੀ ਮੋਹਰਾਂ ਕਾਹਦੀਆਂ? ਕਹਿੰਦਾ ਜਿੰਨਾ ਘਾਹ ਰੱਖਿਆ ਨਾ, ਘਾਹ ਤਾਂ ਚੱਲ ਰੱਖਦਾ ਫਿਰ ਕੋਈ ਗੱਲ ਨਹੀਂ, ਕੌਡੀ ਲੈ ਜਾ। ਕਹਿੰਦਾ ਘਾਹ ਇੱਕ ਸੱਚੇ ਪਾਤਸ਼ਾਹ ਦੇ ਘੋੜਿਆਂ ਵਾਸਤੇ ਹੈ, ਤੁਹਾਡੇ ਵਾਸਤੇ ਥੋੜੀ ਹੈ, ਤੁਹਾਡੇ ਘੋੜਿਆਂ ਵਾਸਤੇ ਥੋੜੀ ਹੈ, ਇਹ ਤਾਂ ਸੱਚੇ ਪਾਤਸ਼ਾਹ ਦੇ ਘੋੜੇ। ਕਹਿੰਦੇ ਘੋੜੇ ਤਾਂ ਘੋੜੇ ਹੀ ਆ। ਕਹਿੰਦੇ ਨਹੀਂ, ਉਹ ਸੱਚੇ ਪਾਤਸ਼ਾਹ ਦੇ ਘੋੜੇ ਹੈ, ਤੁਹਾਡੇ ਘੋੜਿਆਂ ਤੇ ਸੱਚੇ ਪਾਤਸ਼ਾਹ ਦੇ ਘੋੜਿਆਂ 'ਚ ਫਰਕ ਹੈ। ਇਹ ਉਹਨਾਂ ਸੱਚੇ ਪਾਤਸ਼ਾਹ। ਕਹਿੰਦੇ ਘਾਹ ਦੀ ਕੀਮਤ ਲੈ ਲਾ। ਕਹਿੰਦਾ ਵਿਕਾਊ ਹੀ ਨਹੀਂ ਹੈਗਾ, ਘਾਹ ਦੀ ਕੀਮਤ ਤਾਂ ਲਵਾਣਾ ਜੇ ਵਿਕਾਊ ਹੋਵੇ, ਵਿਕਾਊ ਨਹੀਂ ਹੈਗਾ ਮੇਰਾ ਘਾਹ ਤਾਂ। ਕਹਿੰਦਾ ਮੈਂ ਇੰਨੇ ਸੋਨੇ ਦੀਆਂ ਮੋਹਰਾਂ ਦਿੰਦਾ। ਕਹਿੰਦੇ ਨਹੀਂ। ਉਹ ਘਾਹ ਤੇ ਕੌਡੀ ਲੈ ਆਇਆ, ਸੱਚੇ ਪਾਤਸ਼ਾਹ ਦੇ ਦਰ ਤੇ ਜਾ ਕੇ ਮੱਥਾ ਟੇਕਿਆ ਤੇ ਉਹਨਾਂ ਨੂੰ ਦਿੱਤਾ ਤੇ ਨਾਲ ਗਲਤੀ ਮੰਨੀ। ਇੱਕ ਘਾਹੀ ਗੁਰਸਿੱਖ ਗਰੀਬ ਗੁਰਸਿੱਖ ਜਹਾਂਗੀਰ ਨੂੰ ਕੱਖੋਂ ਹੌਲੇ ਕਰਕੇ ਆ ਗਿਆ। ਇਹ ਕਿਰਦਾਰ ਆ ਆਪਣਾ, ਲਾਲਚਾਂ ਅੱਗੇ ਨਹੀਂ ਡੋਲਦੇ। ਗੁਰੂ ਸਾਹਿਬ ਸੱਤਵੇਂ ਪਾਤਸ਼ਾਹ ਗੁਰੂ ਹਰਿਰਾਏ ਪਾਤਸ਼ਾਹ ਜੀ, ਉਸ ਤੋਂ ਵੀ ਪਹਿਲਾਂ ਛੇਵੇਂ ਪਾਤਸ਼ਾਹ ਦੀ ਇੱਕ ਵਚਨ ਮੈਨੂੰ ਹੋਰ ਯਾਦ ਆ ਗਿਆ। ਕਸ਼ਮੀਰ ਗੁਰੂ ਸਾਹਿਬ ਜਾਂਦੇ ਸੀ, ਭਾਈ ਕੱਟੂ ਸ਼ਾਹ ਜੀ ਬੜੇ ਪਿਆਰ ਵਾਲੇ ਗੁਰਸਿੱਖ ਸੀ। ਉੱਥੇ ਇੱਕ ਮੰਜੀ ਦੇ ਇੰਚਾਰਜ ਵੀ ਸੀ, ਜਿਹਨੂੰ ਆਪਾਂ ਕਹਿ ਦਈਏ ਆਪਾਂ ਕਲਾਸਾਂ ਦੇ ਕੋਆਰਡੀਨੇਟਰ ਸੀ, ਧਰਮਸਾਲ ਦੇ ਕੋਆਰਡੀਨੇਟਰ ਸੀ। ਉਹ ਜਾ ਰਹੇ ਸੀ ਭਾਈ ਕੱਟੂ ਸ਼ਾਹ ਜੀ ਨਾ, ਰਸਤੇ ਦੇ ਵਿੱਚ ਉਹ ਕੋਈ ਜਦੋਂ ਛੇਵੇਂ ਪਾਤਸ਼ਾਹ ਨਾ ਨਿੱਕੀ ਮੱਖੀ ਦਾ ਸ਼ਹਿਦ ਤੇ ਡਰਾਈ ਫਰੂਟਸ, ਸੁੱਕੇ ਮੇਵੇ ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਉਹ ਬਹੁਤ ਖੁਸ਼ ਹੋ ਕੇ ਛਕਦੇ ਸੀ। ਹਾਈਟ ਬਹੁਤ ਸੀ ਛੇਵੇਂ ਪਾਤਸ਼ਾਹ ਦੀ। ਤੇ ਕਸ਼ਮੀਰ ਜਦੋਂ ਗਏ ਨਾ ਤੇ ਉੱਥੋਂ ਦੇ ਗੁਰਸਿੱਖ ਸੰਗਤਾਂ ਮਿਲਣ ਆਈਆਂ, ਤੇ ਰਸਤੇ 'ਚ ਭਾਈ ਕੱਟੂ ਸ਼ਾਹ ਜੀ ਦਾ ਘਰ ਪੈਂਦਾ ਸੀ, ਉੱਥੇ ਰੁਕ ਗਏ, ਰਾਤ ਦਾ ਸਟੇ ਉੱਥੇ ਸੀ। ਰੁਕੇ ਕੁਛ ਟਾਈਮ ਤੇ ਉਹ ਸ਼ਹਿਦ ਤੇ ਉਹ ਸੁੱਕੇ ਮੇਵੇ ਸੀ ਉੱਥੇ, ਤੇ ਉਹਨਾਂ ਨੂੰ ਜਦੋਂ ਉਹ ਕਹਿੰਦੇ ਵੀ ਪੁੱਛ ਲਿਆ, ਭਾਈ ਕੱਟੂ ਸ਼ਾਹ ਜੀ ਆਮ ਤੌਰ ਤੇ ਘੱਟ ਬੋਲਦੇ ਸੀ, ਕਹਿੰਦੇ ਵੀ ਇਹ 'ਚ ਕੀ ਆ? ਕਹਿੰਦੇ ਵੀ ਸ਼ਹਿਦ ਤੇ ਸੁੱਕੇ ਮੇਵੇ ਆ ਗੁਰੂ ਸਾਹਿਬ ਵਾਸਤੇ। ਕਹਿੰਦੇ ਯਾਰ ਮੈਨੂੰ ਵੀ ਦੇ ਦਿਓ ਥੋੜੇ ਜਿਹੇ, ਵੀ ਥੋੜੇ ਜਿਹੇ ਮੈਨੂੰ ਵੀ ਦੇ ਦਿਓ। ਇੱਕ ਮੇਰੇ ਵਰਗਾ ਸਿਆਣਾ ਸੀ ਜਿਹੜਾ ਸੇਵਾ ਕਰਨੀ ਚਾਹੁੰਦਾ ਸੀ ਗੁਰੂ ਸਾਹਿਬ ਦੀ ਜ਼ਿਆਦਾ, ਉਹ ਨਾ ਕਹਿੰਦੇ ਇਹ ਤੇਰੇ ਵਾਸਤੇ ਥੋੜੀ ਹੈ,
ਇਹ ਤੇਰੇ ਵਾਸਤੇ ਕਿਤੇ, ਇਹ ਛੇਵੇਂ ਪਾਤਸ਼ਾਹ ਵਾਸਤੇ ਹੈ, ਤੈਨੂੰ ਸ਼ਰਮ ਨਹੀਂ ਆਉਂਦੀ? ਪਹਿਲਾਂ ਉਹਨਾਂ ਨੂੰ ਭੋਗ, ਉਹਨਾਂ ਕੋਲ ਜਾਊਗਾ, ਪਹਿਲਾਂ ਉਹਨਾਂ ਨੂੰ ਭੋਗ ਲੱਗੂਗਾ, ਪਹਿਲਾਂ ਦੇ ਸ਼ਾਇਦ ਇਹਨੂੰ ਵੱਡੇ ਨੂੰ ਨਾਲੇ ਸੁੱਕੇ ਮੇਵੇ। ਉਹ ਚੁੱਪ ਕਰ ਗਏ, ਬੋਲੇ ਕੁਛ ਨਹੀਂ। ਅਗਲੇ ਦਿਨ ਛੇਵੇਂ ਪਾਤਸ਼ਾਹ ਕੋਲ ਪਹੁੰਚੇ ਤੇ ਉਹਨਾਂ ਨੇ ਅੱਗੇ ਜਦੋਂ ਰੱਖੇ ਤੇ ਗੁਰੂ ਸਾਹਿਬ ਨੇ ਸ਼ਾਇਦ ਵੀ ਨਹੀਂ ਛਕਿਆ, ਸੁੱਕੇ ਮੇਵੇ ਵੀ ਨਹੀਂ ਛਕੇ। ਗੁਰੂ ਸਾਹਿਬ ਬੜੇ ਪਿਆਰ ਨਾਲ ਛਕਦੇ ਹੋ ਜੀ, ਛਕ ਲਓ। ਇੱਕ ਵਾਰ ਕਿਹਾ, ਦੋ ਵਾਰ ਕਿਹਾ, ਤੇ ਉਹ ਤੀਸਰੀ ਵਾਰ ਕਹਿਣਾ, ਕਹਿੰਦੇ ਜਦੋਂ ਮੰਗਿਆ ਸੀ ਉਦੋਂ ਤਾਂ ਦਿੱਤਾ ਨਹੀਂ, ਜਦੋਂ ਮੰਗਿਆ ਸੀ ਉਦੋਂ ਤਾਂ ਦਿੱਤਾ ਨਹੀਂ। ਕਰੋਨਾ ਪੀਰੀਅਡ ਦੇ ਵਿੱਚ ਨਾ, ਜਦੋਂ ਮੈਂ ਅੱਗੇ ਕਹਿੰਦਾ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ, ਪਤਾ ਨਹੀਂ ਕਿਹੜੇ ਰੂਪ ਵਿੱਚ ਆ ਕੇ ਗੁਰੂ ਮੰਗਦਾ ਹੁੰਦਾ ਤੁਹਾਡੇ ਕੋਲੋਂ, ਬਸ ਖਿਆਲ ਰੱਖਿਆ ਕਰੋ। ਇੱਕ ਮੁਸਲਮਾਨ ਫਕੀਰ ਸੀ, ਘੋੜਿਆਂ ਦਾ ਵਪਾਰੀ, ਘੋੜਿਆਂ ਦਾ ਵਪਾਰੀ ਸੀ ਤੇ ਘੋੜੇ ਵੇਚਦਾ ਸੀ। ਇੱਕ ਘੋੜੀ ਖਰੀਦਣ ਵਾਲਾ ਉਹਨਾਂ ਕੋਲ ਆ ਗਿਆ। ਖਰੀਦਣ ਵਾਲਾ ਉਹ ਪੁੱਛਦਾ ਵੀ ਆਹ ਘੋੜੀ ਕਿੰਨੇ ਦੀ ਹੈ? ਉਹ ਕਹਿੰਦਾ ਵੀ 8000 ਦੀ ਹੈ। 8000 ਦੀ। ਵੇਚਣ ਵਾਲਾ ਕਹਿੰਦਾ ਵੀ 8000 ਦੀ ਆ, ਤੇ ਖਰੀਦਣ ਵਾਲਾ ਕਹਿੰਦਾ ਵੀ ਖਰੀਦ ਤਾਂ ਲਊਂਗਾ ਪਰ ਖਰੀਦੂੰਗਾ 12000 ਦੀ, 8000 ਦੀ ਨਹੀਂ। ਪਰ ਸ਼ਰਤ ਇਹ ਹੈ ਵੀ ਤੈਨੂੰ ਦੱਸਣਾ ਪੈਣਾ, ਤੈਨੂੰ ਦੱਸਣਾ ਪੈਣਾ ਵੀ ਤੂੰ 12000 ਵਾਲੀ ਜਾਂ ਇਸ ਤੋਂ ਮਹਿੰਗੀ ਚੀਜ਼ 8000 ਦੀ ਕਿਉਂ ਵੇਚ ਰਿਹਾ। ਵੇਚਣ ਵਾਲਾ ਵੀ ਧਰਮੀ ਸੀ, ਕਹਿੰਦਾ ਜੀ ਗੱਲ ਤੁਹਾਡੀ ਠੀਕ ਹੈ ਇਹ ਚੀਜ਼ 12000 ਦੀ ਹੈ, ਬੜੀ ਪਿਆਰ ਵਾਲੀ, ਮੇਰਾ ਪਿਆਰ ਬਹੁਤ ਹੈ, ਮੈਨੂੰ ਵੇਚਣਾ ਨਹੀਂ ਸੀ, ਪਰ ਮੈਂ ਤੁਹਾਨੂੰ ਗੱਲ ਤੁਹਾਡੀ ਵੀ ਸਮਝ ਗਿਆ, ਤੁਹਾਨੂੰ ਸੱਚ ਵੀ ਦੱਸ ਦੂੰਗਾ, ਪਰ ਇੱਕ ਸ਼ਰਤ ਮੇਰੀ ਵੀ ਹੈ ਵੀ ਮੈਂ ਚੱਲ ਦੇ ਦੂੰਗਾ 12000 ਦੀ ਵੀ, ਪਰ ਇਹ ਸਵਾਲ ਤੁਹਾਨੂੰ ਵੀ ਉਹੀ ਹੈ ਵੀ ਜਦੋਂ ਤੁਹਾਨੂੰ ਮਹਿੰਗੀ ਚੀਜ਼, ਵਧੀਆ ਚੀਜ਼ 8000 ਦੀ ਮਿਲਦੀ ਹੈ, ਤੁਸੀਂ 12 ਦੀ ਕਿਉਂ ਖਰੀਦਣੀ ਚਾਹੁੰਦੇ ਹੋ? ਤੁਸੀਂ 12 ਦੀ ਕਿਉਂ ਖਰੀਦਣੀ ਚਾਹੁੰਦੇ ਹੋ? ਤਾਂ ਕਹਿੰਦਾ ਪਹਿਲਾਂ ਤੂੰ ਦੱਸੋ। ਕਹਿੰਦਾ ਮੇਰੀ ਤਾਂ ਬੇਟੀ ਦਾ ਵਿਆਹ ਘਰੇ, ਮੈਂ ਇਸ ਕਰਕੇ ਆਪਦੀਆਂ ਮਹਿੰਗੀਆਂ ਚੀਜ਼ਾਂ ਨਾ ਸਸਤੀਆਂ ਵਿੱਚ ਸਸਤੇ ਭਾਅ ਵੇਚਦਾ ਪਿਆ। ਮੈਨੂੰ ਘੋੜੀ ਨਾਲ ਪਿਆਰ ਬਹੁਤ, ਮੈਂ ਵੇਚਣੀ ਤਾਂ ਨਹੀਂ ਚਾਹੁੰਦਾ, ਪਰ ਮਜਬੂਰੀ ਹੈ। ਤੇ ਉਹ ਕਹਿੰਦਾ ਮੇਰੇ ਪੀਰੋ ਮੁਰਸ਼ਿਦ ਨੇ ਇੱਕ ਗੱਲ ਕਹੀ ਸੀ, ਹੁਣ ਮੈਨੂੰ 8000 ਵਾਲੀ ਨੂੰ 12 ਦੀ ਕਿਉਂ ਖਰੀਦਣ ਲੱਗਿਆ? ਉਹ ਕਹਿੰਦਾ ਵੀ ਤੂੰ ਵਪਾਰ ਕਰੀ ਪਰ ਕਿਸੇ ਦੀਆਂ ਮਜਬੂਰੀਆਂ ਦਾ ਨਹੀਂ, ਮਜਬੂਰੀਆਂ ਦਾ ਵਪਾਰ ਨਹੀਂ ਕਰਨਾ ਸੀ। ਮੈਂ ਘੋੜੀਆਂ ਦਾ ਵਪਾਰ ਕਰਦਾ। ਮੇਰੇ ਗੁਰੂ ਨੇ, ਮੇਰੇ ਅੱਲਾ ਨੇ ਮੈਨੂੰ ਸਮਝਾਇਆ, ਇਹ ਆਪਾਂ ਵੀ ਸਿੱਖਣਾ ਹੈ ਵੀ ਅਸੀਂ ਵਪਾਰ ਨਹੀਂ ਕਰਨਾ, ਦਾਮਨ ਸੰਕੋਚ ਕੇ ਚੱਲਣਾ। 7ਵੇਂ ਪਾਤਸ਼ਾਹ ਜਦੋਂ ਇੱਕ ਫੁੱਲ ਉਹਦੇ ਨਾਲ ਖਹਿ ਕੇ ਡਿੱਗ ਪਿਆ ਨਾ, ਤੇ ਜਦੋਂ ਉਹ ਫੁੱਲ ਖਹਿ ਕੇ ਡਿੱਗਿਆ, ਮੈਂ ਕਈ ਵਾਰ ਸੋਚਦਾ ਹੁੰਦਾ ਵੀ ਗੁਰੂ ਰਾਮਦਾਸ ਦੇ ਦਰ ਤੇ ਨਾ ਜਦੋਂ ਜਾਈਦਾ, ਉਹ ਵੈਸੇ ਹੀ ਇੰਨਾ ਸੋਹਣਾ ਹੈ, ਉਹ ਵੈਸੇ ਹੀ ਇੰਨਾ ਪਿਆਰਾ ਹੈ, ਅੰਦਰ ਵੜਦਿਆਂ ਹੀ ਬੰਦੇ ਨੂੰ ਐਂ ਲੱਗਦਾ ਵੀ ਮੇਰੇ ਪਤਾ ਨਹੀਂ ਕਦੋਂ ਦੇ ਪਾਪ ਲੈ ਰਹੇ ਆ, ਲੱਥ ਗਏ ਆ, ਬਖਸ਼ੇ ਜਾਂਦੇ ਬੰਦੇ, ਬੜੇ ਪਾਪੀ ਵੀ ਬਖਸ਼ੇ ਜਾਂਦੇ। ਤੇ ਉਹ ਨਾ ਜਿਵੇਂ ਕੋਈ ਗੁਲਾਬ ਦੇ ਫੁੱਲ ਨੂੰ ਪੇਂਟ ਕਰਨ ਦੀ ਕੋਸ਼ਿਸ਼ ਕਰੇ, ਉਹ ਕੀ ਕਰ ਲੂਗਾ? ਮੈਂ ਕਈ ਵਾਰ ਸੋਚਦਾ ਨਾ ਵੀ ਜਦੋਂ ਗੁਰੂ ਸਾਹਿਬ ਦੇ ਦਰ ਤੇ ਅਸੀਂ ਫੁੱਲ ਬਹੁਤ ਹੀ ਜ਼ਿਆਦਾ ਚੜਾਉਣੇ ਆ ਨਾ, ਮੈਨੂੰ ਐਂ ਲੱਗਦਾ ਹੁੰਦਾ ਵੀ ਇਹ ਨਾ 6ਵੇਂ ਪਾਤਸ਼ਾਹ ਦੇ ਹੁਕਮਾਂ ਦੀ ਉਲੰਘਣਾ ਹੋ ਰਹੀ ਹੈ। ਮੈਂ ਆਈ ਐਮ ਨਾਟ ਸ਼ੋਰ ਕਿ ਮੈਂ ਗਲਤ ਕਹਿ ਰਿਹਾ, ਸਹੀ ਕਹਿ ਰਿਹਾ, ਕਿਉਂਕਿ ਉਹ ਹਿੰਦੂ ਵੀਰ ਜਿਹੜੇ ਸੇਵਾ ਕਰਦੇ ਆ, ਉਹ ਤਾਂ ਵਿਚਾਰੇ ਬਹੁਤ ਸ਼ਰਧਾ ਭਾਵ, ਉਹ ਤਾਂ ਕਿਉਂਕਿ ਉਹਨਾਂ 'ਚ ਪਿਆਰ ਬਹੁਤ ਜ਼ਿਆਦਾ, ਉਹ ਤਾਂ ਟਰੱਕਾਂ ਦੇ ਟਰੱਕ ਭੇਜਦੇ ਆ ਫੁੱਲ। ਪਰ ਮੈਨੂੰ ਐਂ ਨਹੀਂ ਸਮਝ ਲੱਗਦੀ ਵੀ ਕੀ ਜਿਹੜੇ ਗੁਰੂ 6ਵੇਂ ਪਾਤਸ਼ਾਹ ਵੀ ਆਪਦੇ ਬੱਚੇ ਨੂੰ ਇੰਨਾ ਸਮਝਾ ਸਕਦੇ ਆ ਵੀ ਕਾਕਾ ਇੱਕ ਫੁੱਲ ਨੂੰ ਵੀ ਬੇਟੇ ਦਾਮਨ ਸੰਕੋਚ ਕੇ ਚੱਲਿਆ ਕਰੋ, ਇਹ ਕੁਦਰਤ ਦਾ ਆਪਦਾ ਦਾਮਨ ਸੰਕੋਚ ਕੇ ਚੱਲਿਆ ਕਰੋ। ਤੇ ਸਾਨੂੰ ਕਿੰਨਾ ਜ਼ਿਆਦਾ ਦਾਮਨ ਸੰਕੋਚ ਕੇ ਚੱਲਣ ਦੀ ਲੋੜ ਹੈ ਉਹਦੇ ਦਰ ਤੇ। ਛੱਜੂ ਜੀ ਦਾ ਪਰਿਵਾਰ ਬਹੁਤ ਪੁਰਾਣੇ ਸਮੇਂ ਤੋਂ, ਸ਼ਾਇਦ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ, 5ਵੇਂ ਪਾਤਸ਼ਾਹ ਤੋਂ ਤਾਂ ਮੈਨੂੰ ਪਤਾ ਹੀ ਹੈ, ਕਿਉਂਕਿ ਗੁਰੂ ਨਾਨਕ ਸਾਹਿਬ ਜਦੋਂ ਪੁਰੀ ਗਏ ਸੀ ਨਾ, ਜਿਹਨੂੰ ਜਗਨਨਾਥ ਦੀ ਪੁਰੀ ਕਹਿੰਦੇ ਸੀ, ਜਿੱਥੇ ਗੁਰੂ ਸਾਹਿਬ ਨੇ ਆਰਤੀ ਉਚਾਰਨ ਕੀਤੀ ਸੀ, ਤੇ ਉਦੋਂ ਤੋਂ ਹੀ ਜਿਹੜੀ ਧਰਮਸਾਲ ਦੀ ਡਿਊਟੀ, ਜਦੋਂ ਗੁਰੂ ਅਮਰਦਾਸ ਪਾਤਸ਼ਾਹ ਨੇ ਮੰਜੀਆਂ ਸਥਾਪਿਤ ਕੀਤੀਆਂ, ਉਸ ਸਮੇਂ ਤੋਂ ਹੀ ਜਿਹੜਾ ਪੰਜੋਖਰੇ ਰਹਿੰਦਾ ਸੀ ਪੁਰਾਣਾ ਪਰਿਵਾਰ, ਕਿਉਂਕਿ ਉਦੋਂ ਜਾਤ ਪਾਤ ਦੇ ਹੰਕਾਰੀ ਸੀ ਲੋਕ,
ਤੇ ਉਹ ਨੌਲੇਜ ਬੜੀ ਸੀ ਉਹਨਾਂ ਨੂੰ। ਤੇ ਗੁਰੂ ਸਾਹਿਬ ਨਾ ਕਦੇ ਉਦੋਂ ਲੜਾਈ ਦੇ ਵਿੱਚ ਜਾਂ ਵਿਰੋਧਾ ਭਾਵ 'ਚ ਨਹੀਂ ਸੀ ਪੈਣਾ ਚਾਹੁੰਦੇ। ਉਹਨਾਂ ਦੇ ਜਿਹੜੇ ਇੰਟੈਲੀਜੈਂਟ ਸੀ ਉਹਨਾਂ ਦੀ ਡਿਊਟੀ ਇੱਕ ਏਰੀਏ ਤੋਂ ਦੂਜੇ ਏਰੀਏ ਚਲਾ ਦਿੰਦੇ ਸੀ ਵੀ ਤਾਂ ਜੋ ਪ੍ਰੋਬਲਮ ਨਾ ਆਵੇ। ਤੇ ਉਸ ਸਮੇਂ ਤੋਂ ਜਗਨਨਾਥਪੁਰੀ ਦੇ ਵਿੱਚ ਸੀ ਭਾਈ ਸੱਜੂ ਜੀ ਦਾ ਪਰਿਵਾਰ। ਪੰਜੋਖਰੇ 8ਵੇਂ ਪਾਤਸ਼ਾਹ ਜਾਂਦੇ ਆ ਤੇ ਲਾਲ ਚੰਦ ਕਹਿੰਦਾ ਹੈ ਵੀ ਤੁਹਾਡਾ ਨਾਂ ਤਾਂ ਹਰ ਕ੍ਰਿਸ਼ਨ ਹੈ ਤੇ ਕ੍ਰਿਸ਼ਨ ਨੇ ਤਾਂ ਗੀਤਾ ਉਚਾਰੀ ਸੀ ਤੇ ਤੁਸੀਂ ਫਿਰ ਕੀ ਸੁਣਾਓਗੇ, ਸ਼ਲੋਕ ਹੀ ਉਚਾਰ ਦਿਓ। 8ਵੇਂ ਪਾਤਸ਼ਾਹ, ਕਿਉਂਕਿ ਧਰਮ ਕਿਹੜਾ ਉਮਰਾਂ ਵੇਖਦਾ ਹੈ, ਬਜ਼ੁਰਗੀ ਆ ਜਿਹੜੀ ਨਾ, ਬਜ਼ੁਰਗੀ ਬੜੀ ਕਮਾਲ ਦੀ ਗੱਲ। ਕਿਸੇ ਨੇ ਕਿਹਾ ਵੀ ਬਜ਼ੁਰਗੀ, ਉਹ ਕਹਿੰਦੇ ਵੀ ਬਜ਼ੁਰਗੀ ਅਕਲ ਦਾ ਨਾਮ ਹੈ। ਇੱਕ ਕਹਿੰਦਾ ਬਜ਼ੁਰਗੀ ਅਕਲ ਦਾ ਨਾਮ ਹੈ, ਇੱਕ ਕਹਿੰਦਾ ਬਜ਼ੁਰਗੀ ਉਮਰ ਦਾ ਨਾਮ ਹੈ। ਤੇ ਗੁਰੂ ਸਾਹਿਬਾਨ ਦੀ ਸੋਚ ਇਹ ਗੱਲ ਕਹਿੰਦੀ ਹੈ ਬਜ਼ੁਰਗੀ ਨਾ ਅਕਲ ਦਾ ਨਾਮ ਹੈ ਨਾ ਉਮਰ ਦਾ ਨਾਮ ਹੈ, ਬਜ਼ੁਰਗੀ ਬੰਦਗੀ ਦਾ ਨਾਮ ਹੈ। ਤਾਈਓ ਆਪਾਂ ਫਤਿਹ ਸਿੰਘ ਜੀ ਨੂੰ ਬਾਬਾ ਫਤਿਹ ਸਿੰਘ ਜੀ ਕਹਿੰਦੇ ਆ, ਬਾਬਾ ਅਜੀਤ ਸਿੰਘ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਕਹਿੰਦੇ ਆ, ਬਾਬਾ ਜੁਝਾਰ ਸਿੰਘ ਬਾਬਾ ਕਹਿੰਦੇ ਆ, ਕਿਉਂਕਿ ਬਜ਼ੁਰਗੀ ਬੰਦਗੀ ਦਾ ਨਾਮ ਹੈ। ਜਿੰਨੀ ਬੰਦਗੀ ਉਨੀ ਬਜ਼ੁਰਗੀ, ਉਨਾ ਵੱਡਾਪਣ ਬਾਬੇ। ਤੇ ਭਾਈ ਸੱਜੂ ਜੀ ਦਾ ਪਰਿਵਾਰ ਲਗਭਗ 3-4 ਪੀੜ੍ਹੀਆਂ ਪਹਿਲਾਂ ਉੱਥੇ ਸੀ। ਔਰ ਭਾਈ ਹਿੰਮਤ ਸਿੰਘ ਜੀ ਜਿਹੜੇ ਪੰਜਾਂ ਪਿਆਰਿਆਂ ਚ ਸ਼ਾਮਲ ਹੁੰਦੇ ਆ, ਉਹ ਭਾਈ ਸੱਜੂ ਜੀ ਦੇ ਪੋਤਰੇ ਸੀ, ਉੜੀਸਾ ਤੋਂ ਆਏ ਸੀ। ਹੁਣ ਭਾਈ ਸੱਜੂ ਜੀ ਨੂੰ ਸੱਦਿਆ ਤੇ ਕਹਿੰਦੇ ਵੀ ਅੱਛਾ, ਉਹ ਕਹਿੰਦੇ ਵੀ ਮੇਰੇ ਕੀ ਲੋੜ। ਉਹਨਾਂ ਦਿਨਾਂ 'ਚ ਭਾਈ ਸੱਜੂ ਜੀ ਪਿੰਡ ਆਏ ਸੀ, ਜਿਵੇਂ ਆਪਾਂ ਪਿੰਡੋਂ 3-4 ਪੀੜ੍ਹੀਆਂ ਸ਼ਹਿਰ ਸ਼ਿਫਟ ਹੋ ਗਏ ਹੋਈਏ ਕਿਤੇ ਹੋਰ। ਤੇ ਉਹ ਕਹਿੰਦੇ ਵੀ ਅੱਛਾ, ਕਹਿੰਦੇ ਕਿੰਨਾਂ ਨੂੰ, ਕਹਿੰਦੇ ਵੀ ਅਰਥ ਕੌਣ ਸੁਣਾਊਗਾ। ਕਹਿੰਦੇ ਵੀ ਇਹ ਤਾਂ ਅਸੀਂ ਸੁਣਾਏ ਤਾਂ ਤੈਨੂੰ ਭੁਲੇਖਾ ਪਊਗਾ, ਸਾਡਾ ਤਾਂ ਇੱਕ ਸਿੱਖ ਹੀ ਅਰਥ ਕਰ ਦੂਗਾ। ਕਹਿੰਦੇ ਕੌਣ? ਕਹਿੰਦੇ ਭਾਈ ਸੱਜੂ ਜੀ ਨੂੰ ਬੁਲਾਓ। ਸੱਜੂ ਕੌਣ? ਪਿੰਡ 'ਚ ਪਤਾ ਹੀ ਨਹੀਂ ਸੀ। ਹੁਣ ਆਪਾਂ ਨੂੰ ਜਵਾਕਾਂ ਬਾਰੇ ਘੱਟ ਪਤਾ ਹੁੰਦਾ ਨਾ, ਵਡੇਰਿਆਂ ਬਾਰੇ ਤਾਂ। ਕਹਿੰਦੇ ਕੌਣ ਸੱਜੂ? ਕਹਿੰਦੇ ਜੀ ਉਹ ਅੱਛਾ ਝੀਰਾਂ ਦਾ ਸੱਜੂ। ਲੈ ਇਹ ਕਰਨਗੇ ਹੁਣ ਅਰਥ, ਇਹ ਅਰਥ ਕਰਨਗੇ। ਜਦੋਂ ਆਏ ਤੇ ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ, ਕਿਉਂਕਿ ਉਹ ਪੁਰਾਣੀ ਸੰਗਤ, ਬਹੁਤ ਲਿਟਰੇਚਰ ਦੀ ਸਟੱਡੀ, ਚੜ੍ਹਦੀ ਕਲਾ, ਭਾਈ ਸੱਜੂ ਜੀ ਦੇ ਗਿਆਨ ਦੀਆਂ ਛੜੀਆਂ ਪਹਿਲਾਂ ਹੀ ਬਹੁਤ ਸਿਰ ਤੇ ਸੀਗੀਆਂ ਉਹਨਾਂ ਦੇ ਤਾਂ। ਤੇ ਜਦੋਂ ਗੁਰੂ ਸਾਹਿਬ ਜੀ ਨੇ ਹੱਥ ਰੱਖਿਆ ਸਿਰ ਤੇ ਤੇ ਕਿਰਪਾ ਐਸੀ ਹੋਈ, ਐਸੇ ਅਰਥ ਕੀਤੇ ਤੇ ਲਾਲ ਚੰਦ ਦਾ ਹੰਕਾਰ ਟੁੱਟ ਗਿਆ। ਪੰਜੋਖਰੇ ਵਾਲੇ ਦਾ ਹੰਕਾਰ ਟੁੱਟ ਗਿਆ, ਅਕਲ ਵੀ ਆ ਗਈ। ਕਹਿਣ ਦਾ ਮਤਲਬ, ਜਿੱਥੋਂ ਕੁਝ ਮਿਲਦਾ ਹੋਵੇ ਨਾ, ਕਦੇ ਇਹ ਨਹੀਂ ਵੇਖਣਾ ਚਾਹੀਦਾ ਵੀ ਕਿਹਦੇ ਕੋਲੇ ਕੀ ਹੈਗਾ, ਜਾਂ ਉਹਦੀ ਜਾਤ ਕੀ ਹੈ, ਜਾਂ ਉਹ ਕਿੱਥੋਂ ਦਾ, ਜਾਂ ਉਹਨੂੰ ਕਿਹੜੇ ਪਰਿਵਾਰ ਚੋਂ ਹੈ। ਸਿੱਖਿਆ ਤਾਂ ਕਿਤੋਂ ਵੀ ਜਾ ਸਕਦਾ ਹੈ। ਅ ਟੀਚਰ ਇਜ਼ ਰੈਡੀ, ਆਪਾਂ ਕਹਿੰਦੇ ਵੈਨ ਦਾ ਸਟੂਡੈਂਟ ਇਜ਼ ਰੈਡੀ ਅ ਟੀਚਰ ਅਪੀਅਰਸ। ਜਦੋਂ ਅਸੀਂ ਸਿੱਖਣ ਦੇ ਮੋੜ 'ਚ ਹੋਈਏ, ਟੀਚਰ ਤਾਂ ਫਿਰ ਬੰਦਾ, ਗੁਰੂ ਸਾਹਿਬ ਨੇ ਨਹੀਂ ਹੁਣ ਅਮਲੀਆਂ ਕਹਿੰਦੇ ਵੀ ਜਿਵੇਂ ਅਮਲੀ ਅਮਲ ਬਿਨਾ ਮਰ ਜਾਂਦਾ, ਮੈਂ ਵਾਹਿਗੁਰੂ ਜੀ ਬਿਨਾ ਮੈਨੂੰ ਵੀ ਆਪਾਂ ਕਹਿੰਦੇ ਯਾਰ ਇਹਨੂੰ ਪ੍ਰੋਬਲਮ ਆਉਂਦੀ ਹੈ, ਇਹਨੇ ਨਸ਼ਾ ਨਹੀਂ ਕੀਤਾ। ਤੇ ਜਿਨ੍ਹਾਂ ਦੇ ਫਿਰ ਨਿਤਨੇਮ ਰਹਿ ਜਾਂਦੇ ਆ ਨਾ, ਉਹਨਾਂ ਨੂੰ ਫਿਰ ਬੜੀ ਇੱਕਦਮ ਨਾ ਅਚਵੀ ਜੀ ਲੱਗ ਜਾਂਦੀ ਹੈ, ਰਾਹ ਕੀ ਹੋ ਗਿਆ, ਐਂ ਕਿਉਂ ਹੋ ਗਿਆ। ਇਹ ਖੈਰ ਜਿਹੜੇ ਕਰਦੇ ਉਹਨਾਂ ਨੂੰ ਪਤਾ ਹੈ। 9ਵੇਂ ਪਾਤਸ਼ਾਹ ਨੇ ਛੋਟੇ ਹੁੰਦਿਆਂ ਨਾ ਆਪਣਾ ਚੋਲਾ ਦੇਤਾ। ਔਰ ਇਹ ਇੱਕ ਸਿੰਬਲ ਸੀ ਕਿ ਵੱਡਾ ਹੋਇਆ ਸਰੀਰ ਵੀ ਦੇਊਂਗਾ, ਵੱਡਾ ਹੋ ਕੇ ਸਰੀਰ ਵੀ ਦੇਊਂਗਾ, ਔਰ ਉਹਨਾਂ ਲਈ ਦੇਊਂਗਾ ਜਿਨ੍ਹਾਂ ਨਾਲ ਮੇਰੇ ਵਿਚਾਰ ਵੀ ਨਹੀਂ ਮਿਲਦੇ। ਕਿਰਪਾ ਰਾਮ ਜੀ ਹੋਰੀ ਨਾ ਪਹਿਲਾਂ 16-17 ਸਾਲ ਆਪਦੀ ਪੂਰਾ, ਜਿਹਨੂੰ ਆਪਾਂ ਕਹਿ ਦਿੰਦੇ ਨਾ ਜ਼ੋਰ ਜੱਪਾ ਲਾ ਲਿਆ ਸੀ ਉਹਨਾਂ ਨੇ। 1675 ਚ ਬਾਅਦ ਚ ਆਏ ਆ ਉੱਥੇ, ਤੇ ਮਨ ਚ ਸੋਚਦੇ ਆਉਂਦੇ ਹੋਣੇ ਵੀ ਇੰਨੀ ਵਾਟੋਂ ਤੁਰ ਫਿਰ ਕੇ ਆਏ ਆ, ਹੁਣ ਆਏ ਆ ਇੱਥੇ ਦੇ ਕਹਿਣਗੇ ਤਾਂ ਸਹੀ ਵੀ ਹੁਣ ਆ ਗਏ ਇੱਧਰਲੇ ਪਾਸੇ, ਵੀ ਪਹਿਲਾਂ ਹੀ ਆ ਜਾਂਦੇ। ਮਨ ਚ ਤਾਂ ਬੰਦਾ ਐਂ ਸੋਚਦਾ ਨਾ ਵੀ ਜਿਹਦੇ ਕੋਲ ਪਹਿਲਾਂ ਨਾ ਗਏ ਹੋਈਏ ਤੇ ਬਾਅਦ ਚ ਜਾਈਏ, ਤੇ ਅਗਲਾ ਸੋਚਦਾ ਵੀ ਮੈਨੂੰ ਛੇੜਨਗੇ। ਤੇ ਗੁਰੂ ਸਾਹਿਬ ਨੇ ਪਹਿਲਾਂ ਪ੍ਰਸ਼ਾਦਾ ਪਾਣੀ ਛਕਾ ਕੇ ਪਿਆਰ ਕੀਤਾ, ਸਤਿਕਾਰ ਦਿੱਤਾ, ਉਵੇਂ ਹੀ ਆਦਰ ਦਿੱਤਾ ਜਿਵੇਂ ਦੇਣਾ ਚਾਹੀਦਾ ਸੀ, ਜਾਂ ਜਿਵੇਂ ਪਹਿਲਾਂ ਨਾ ਆ ਕੇ ਫੇਰ ਦਿੱਤਾ। ਜਿਵੇਂ ਆਪਾਂ ਸਮਝ ਲਓ ਵੀ ਬੰਦਾ ਐਂ ਸੋਚਦਾ ਵੀ ਮੈਨੂੰ ਗਾਲਾਂ ਪੈਣਗੀਆਂ, ਪਰ ਅੱਗੋਂ ਨੂੰ ਵੱਧ ਸਤਿਕਾਰ ਮਿਲਿਆ ਹੋਵੇ, ਤੇ ਅੱਧੀ ਤਾਂ ਉੱਥੇ ਹੀ ਉਹ ਪਿਆਰ ਉੱਥੇ ਕਿੰਨਾ ਬਣ ਗਿਆ ਹੋਣਾ। ਤੇ ਜਦੋਂ ਪਿਆਰ ਬਣਿਆ, ਕਹਿੰਦੇ ਵੀ ਕਿਰਪਾ ਰਾਮ ਜੀ 2-3 ਗੱਲਾਂ ਤੁਹਾਨੂੰ ਪਹਿਲਾਂ ਹੀ ਕਲੀਅਰ ਕਰ ਦਿੰਦੇ ਆ ਵੀ ਤੁਹਾਡੇ ਵਿਚਾਰਾਂ ਨਾਲ ਸਾਡੇ ਵਿਚਾਰ ਨਹੀਂ ਮਿਲਦੇ। ਅਸੀਂ ਇੱਕ ਰੱਬ ਨੂੰ ਮੰਨਦੇ ਹਾਂ, ਤੁਸੀਂ 33 ਕਰੋੜ ਨੂੰ ਮੰਨਦੇ ਆ। ਅਸੀਂ ਜਾਤ ਪਾਤ ਨਹੀਂ ਮੰਨਦੇ, ਤੁਸੀਂ ਮੰਨਦੇ ਆ ਹੋਰ ਕਈ ਗੱਲਾਂ। ਅਸੀਂ ਇੱਕ ਅਕਾਲ ਪੁਰਖ 'ਚ ਯਕੀਨ ਰੱਖਦੇ ਹਾਂ, ਤੁਸੀਂ ਮੂਰਤੀ ਪੂਜਾ ਕਰਦੇ ਹੋ, ਅਸੀਂ ਨਹੀਂ ਕਰਦੇ। ਆਪਣੇ ਵਿਚਾਰ ਨਹੀਂ ਮਿਲਦੇ ਇੱਥੇ ਜਮਾਂ ਵੀ। ਪਰ ਫਿਰ ਵੀ ਮੈਂ ਤੁਹਾਡੀ ਖਾਤਰ ਆਪਣੀ ਜਾਨ ਦੀ ਬਾਜੀ ਲਾ ਦੂੰਗਾ। ਕਿਸੇ ਵੱਡੇ ਪੁਰਖ ਦੀ ਕੁਰਬਾਨੀ ਮੰਗਦਾ, ਤੇ ਗੁਰੂ ਸਾਹਿਬ ਕਹਿੰਦੇ ਵੀ ਤੁਹਾਡੇ ਤੋਂ ਵੱਡਾ ਕੌਣ ਹੈ। ਔਰ ਆਪਾਂ ਨੂੰ ਪਤਾ ਹੈ ਵੀ ਗੁਰੂ ਸਾਹਿਬ ਗਏ।
ਔਰ ਉਸੇ ਚਾਂਦਨੀ ਚੌਂਕ ਦੇ ਵਿੱਚ ਕੀ ਕੁਝ ਹੋਇਆ ਉਹ ਆਪਾਂ ਨੂੰ ਪਤਾ ਹੈ। 10ਵੇਂ ਪਾਤਸ਼ਾਹ ਵੇਲੇ ਨਾ ਭਾਈ ਉਸੇ ਸਮੇਂ ਦੀ ਗੱਲ ਕਰਨ ਲੱਗੇ 10ਵੇਂ ਪਾਤਸ਼ਾਹ ਨਾਲ ਵੀ ਜੁੜਦੀ ਹੈ, ਕਿਉਂਕਿ ਆਪਾਂ ਉਹ ਕਿਰਪਾ ਰਾਮ ਬਾਅਦ ਦੇ ਵਿੱਚ ਗੁਰੂ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੁੰਦੀ ਹੈ ਨਾ, ਇੱਥੇ ਭਾਈ ਮਤੀ ਦਾਸ ਜੀ ਦਾ ਮੈਂ ਜ਼ਿਕਰ ਜ਼ਰੂਰ ਕਰਨਾ ਚਾਹੁੰਦਾ। ਭਾਈ ਮਤੀ ਦਾਸ ਜੀ ਨਾ ਉਹਨੂੰ ਜਲਾਦ ਨੂੰ ਕਹਿੰਦੇ ਵੀ ਹੁਣ ਜਦੋਂ ਉਹਨੂੰ ਆਰਾ ਤਿੱਖਾ ਕਰਦੇ ਪਏ ਆ ਤੇ ਉਹਨੂੰ ਕਹਿੰਦੇ ਵੀ ਤੇਰੇ ਸਿਰ ਤੇ ਆਰਾ ਚੱਲਣਾ ਮਤੀ ਦਾਸ। ਕਹਿੰਦੇ ਵੀ ਠੀਕ ਹੈ, ਕੋਈ ਗੱਲ ਨਹੀਂ। ਤੇ ਉਹਨੂੰ ਕਹਿੰਦੇ ਵੀ ਪਰ ਨਾ ਯਾਰ ਇੱਕ ਮੇਰੀ ਬੇਨਤੀ ਹੈ। ਉਹ ਕਹਿੰਦਾ ਵੀ ਮੜਾ ਜਿਹਾ ਉਹਨੇ ਪੁੱਛਿਆ ਵੀ ਕੀ ਦੱਸੋ, ਕੀ ਬੇਨਤੀ ਹੈ। ਉਹ ਕਹਿੰਦਾ ਨਾ ਵੀ ਹੌਲੀ ਹੌਲੀ ਚਲਾਈ ਯਾਰਾ, ਫਾਸਟ ਨਾ ਚਲਾਈ, ਤੇਜ਼ ਨਾ ਚਲਾਈ। ਉਹ ਕਹਿੰਦਾ ਤੇਜ਼ ਨਾ ਚਲਾਈ ਇਹਦਾ ਕੀ ਮਤਲਬ? ਉਹ ਕਹਿੰਦਾ ਮੈਂ ਸੋਚਦਾ ਵੀ ਚਲ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰਾਂਗੇ ਤੇ ਵੀ ਚਲੋ ਸਮਾਪਤੀ ਤੱਕ 2 ਟੋਟੇ ਹੋਣ ਤੱਕ ਪਾਠ ਹੀ ਪੂਰਾ ਹੋ ਜਾਊਗਾ। ਚਲੋ ਉਹ ਕਹਿੰਦਾ ਕਮਾਲ ਹੋ ਗਈ। ਤੇ ਨਾਲੇ ਇੱਕ ਗੱਲ ਹੋਰ, ਇਹਨਾਂ ਆਰਿਆਂ ਨਾਲ ਤੂੰ ਸਿੱਧਾ ਸਿੱਧਾ ਚਲਾਈ, ਜਮਾ ਸਿੱਧਾ ਸਿੱਧਾ, ਹੱਥ ਕਰੜੇ ਜੇ ਭਰ ਕੇ ਦੋਨੇ ਚਲਾ ਦੇਣਾ, ਹੱਥ ਕਰੜੇ ਜੇ ਕਰਕੇ ਪਾਇਓ ਜੇ। ਇਹ ਜਦੋਂ ਆਰਾ ਸਿਰ ਤੇ ਚੱਲਣਾ ਚਾਹੀਦਾ ਮੇਰੇ ਸਿੱਧਾ, ਮੈਂ ਸਿੱਧਾ ਵਿਚਾਲੋਂ ਜਮਾ ਸਿੱਧਾ ਸਿੱਧਾ ਕਟੀਚਣਾ ਚਾਹੀਦਾ। ਕਹਿੰਦੇ ਇਹ ਕਿਉਂ? ਉਹ ਕਹਿੰਦਾ ਇਸ ਕਰਕੇ ਵੀ ਵੇਖ ਹੱਥ ਤੇਰੇ ਕੰਬਣੇ ਮੈਨੂੰ ਪਤਾ, ਤੇ ਬਾਅਦ ਚ ਲੋਕਾਂ ਨੇ ਕਹਿਣਾ ਮਤੀ ਦਾਸ ਹਿਲਦਾ ਸੀ, ਆਪਾਂ ਖੜੇ ਆ। ਇਹ ਹੁਣ ਤੂੰ ਵੇਖ ਵੀ ਹੱਥ ਕਰੜੇ ਕਰਕੇ ਪਾਈ, ਸਿੱਧਾ ਕੱਟੀ, ਐਵੇਂ ਐ ਨਹੀਂ ਲੱਗਣਾ ਚਾਹੀਦਾ ਵੀ ਮੈਂ ਹਿੱਲ ਗਿਆ ਸੀ। ਮੁਅੱਜ਼ਮ ਔਰੰਗਜ਼ੇਬ ਦਾ ਮੁੰਡਾ, ਉਹਦੇ ਟੀਚਰ ਸੀ ਭਾਈ ਨੰਦ ਲਾਲ ਜੀ, ਫਾਰਸੀ ਪੜ੍ਹਾਉਂਦੇ ਸੀ ਉਹਨਾਂ ਨੂੰ। ਤੇ ਉਹ ਨਾ ਇੱਕ ਦਿਨ ਆਇਤ ਦੇ ਅਰਥ ਕੋਈ ਪੁੱਛਣੇ ਸੀ। ਉਹ ਆਇਤ ਦੇ ਅਰਥ ਔਰੰਗਜ਼ੇਬ ਨੇ ਪੁੱਛੇ ਤੇ ਕਿਸੇ ਨੂੰ ਆਏ ਨਾ ਬਾਹਲੇ ਵਧੀਆ, ਤੇ ਜਾਂ ਉਹਦੀ ਤਸੱਲੀ ਨਾ ਹੋਈ। ਤੇ ਭਾਈ ਨੰਦ ਲਾਲ ਜੀ ਨੂੰ ਉਹ ਫਾਰਸੀ ਦੇ ਸਟੂਡੈਂਟ ਸੀਗੇ, ਉਹਨਾਂ ਦਾ ਬੇਟਾ। ਤੇ ਉਹ ਕਹਿੰਦਾ ਵੀ ਯਾਰ, ਉਹ ਕਹਿੰਦਾ ਵੀ ਆਪਦੇ ਉਹਨਾਂ ਨੂੰ ਦੱਸਿਆ, ਉਹਨਾਂ ਨੇ ਅਰਥ ਕੀਤੇ। ਤੇ ਉਹ ਕਹਿੰਦੇ ਯਾਰ ਬੜੇ ਕਮਾਲ ਦੇ ਅਰਥ ਕੀਤੇ। ਕਹਿੰਦੇ ਕਿਹਨੇ ਕੀਤੇ? ਉਹ ਕਹਿੰਦੇ ਮੇਰੇ ਆਏ ਟੀਚਰ ਹੈ ਨੰਦ ਲਾਲ, ਉਹਨਾਂ ਨੇ ਕੀਤਾ। ਜਦੋਂ ਔਰੰਗਜ਼ੇਬ ਨੰਦ ਲਾਲ ਔਰੰਗਜ਼ੇਬ ਦੇ ਸਾਹਮਣੇ ਆਇਆ ਨਾ, ਉਹ ਕਹਿੰਦੇ ਵੀ ਤੂੰ ਕਿਤੇ ਅਰਥ? ਕਹਿੰਦੇ ਵੀ ਹਾਂਜੀ ਜੀ ਹਜ਼ੂਰ ਕੀਤੇ ਹੈ। ਹੁਣ ਉਹਨਾਂ ਨੇ ਤਾਂ ਉਹੀ ਬੋਲੀ ਵੀ ਜੀ ਹਜ਼ੂਰ ਕੀਤੇ ਹੈ। ਉਹ ਕਹਿੰਦੇ ਵੀ ਹੁਣ ਗੱਲ ਇਹ ਹੈ ਵੀ ਇੰਨਾ ਸਕਾਲਰ ਬੰਦਾ ਕਾਫਰਾਂ 'ਚ ਤਾਂ ਨਹੀਂ ਹੋਣਾ ਚਾਹੀਦਾ, ਜਾਂ ਤਾਂ ਹੁਣ ਕਹਿੰਦੇ ਵੀ ਮੁਸਲਮਾਨ ਬਣ ਜਾ, ਤੇ ਜਾਂ ਫਿਰ ਤੇਰੀ ਮੌਤ ਹੈ। ਹੁਣ ਇਹ ਤੂੰ ਸੋਚ ਲੈ ਕੀ ਕਰਨਾ, ਤੈਨੂੰ ਟਾਈਮ ਦੇਤਾ। ਉਹ ਆਇਆ, ਉਹ ਕਹਿੰਦਾ ਵੀ ਤੂੰ ਤਾਂ, ਮੈਂ ਤੇਰਾ ਟੀਚਰ ਸੀ, ਤੂੰ ਤਾਂ ਮੈਨੂੰ ਪੰਜਾਬੀ ਪਾਤਾ, ਵੀ ਹੁਣ ਮੈਂ ਕੀ ਕਰਾਂ? ਉਹ ਕਹਿੰਦਾ ਵੀ ਮੇਰੇ ਭਾਪੇ ਨੇ ਜਿਹੜੀ ਗੱਲ ਕਹਿਤੀ ਹੈ ਵੀ ਹੁਣ ਇਹਨੇ ਤਾਂ ਨਹੀਂ ਮੁੜਨਾ, ਹੁਣ ਤੂੰ ਵੇਖ ਵੀ ਕੀ। ਸਰ ਤੁਸੀਂ ਵੇਖੋ, ਜਿਵੇਂ ਆਪਾਂ ਕਹਿੰਦੇ ਨੇ ਵੀ ਤੁਸੀਂ ਦੇਖੋ ਜੀ ਹੁਣ ਕੀ ਕਰਨਾ। ਉਹ ਕਹਿੰਦਾ ਵੀ ਭੱਜ ਜਾਓ ਇੱਥੋਂ। ਉਹ ਕਹਿੰਦਾ ਭੱਜੂਗਾ ਕਿੱਥੇ, ਤੇਰੇ ਪਾਪੇ ਦਾ ਸਾਰੇ ਥਾਂ ਤੇ ਤਾਂ ਰਾਜ ਹੈ, ਸਾਰੇ ਦੇਸ਼ 'ਚ, ਮੈਂ ਹੁਣ ਕਿੱਥੇ ਭੱਜਾਂ? ਉਹ ਕਹਿੰਦਾ ਵੀ ਸਾਰਾ ਸੋਚ ਕੇ ਕਹਿੰਦਾ ਜੀ ਗੱਲ ਇਹ ਹੈ ਵੀ ਇੱਕ ਥਾਂ ਤੇ ਹੈ ਜਿੱਥੇ ਮੇਰੇ ਪਾਪੇ ਦਾ ਰਾਜ ਹੈ ਨਹੀਂ। ਕਹਿੰਦੇ ਕਿੱਥੇ? ਕਹਿੰਦਾ ਆਨੰਦਪੁਰ ਸਾਹਿਬ। ਅੱਛਾ ਹਾਂ, ਫਿਰ ਇੱਕਦਮ ਉਹਦੇ ਗੱਲ ਕਲਿੱਕ ਕਰ ਗਈ। ਕਹਿੰਦੇ ਠੀਕ ਆ ਵੀ ਉਹ ਕਿਰਪਾ ਰਾਮ ਹੋਰੀ ਵੀ ਸਾਡੇ ਵਡੇਰੇ ਸੀ, ਉਹ ਗਏ ਸੀ ਉੱਥੇ। ਕਹਿੰਦੇ ਵੀ ਉੱਥੇ ਨਹੀਂ। ਹਾਂ, ਉਹ ਕਹਿੰਦੇ ਨਾ ਉਹ ਜਿਹੜਾ ਉਹਨਾਂ ਦਾ ਗੁਰੂ ਹੈ ਨਾ, ਉਹ ਸਾਰੇ ਮੇਰੇ ਪਾਪੇ ਦੇ ਉਲਟ ਕੰਮ ਕਰਦਾ। ਵੀ ਉਹ ਕਹਿੰਦਾ ਘੋੜੇ ਰੱਖਣੇ ਨਹੀਂ, ਉਹ ਕਹਿੰਦਾ ਰੱਖੂੰਗਾ। ਉਹ ਕਹਿੰਦਾ ਸ਼ਸਤਰ ਰੱਖਣੇ ਨਹੀਂ, ਉਹ ਕਹਿੰਦਾ ਉਹ ਵੀ ਰੱਖੂੰਗਾ। ਉਹ ਕਹਿੰਦਾ ਕਲਗੀ, ਕਹਿੰਦਾ ਉਹ ਵੀ ਲਾਊਂਗਾ। ਨਗਾਰਾ ਢੋਲ ਵਜਾਇਆ ਕਰੋ, ਕਹਿੰਦਾ ਨਗਾਰੇ ਵਜਾਊਂਗਾ। ਉਹ ਸਾਰਾ ਮੇਰੇ ਪਾਪੇ ਤੋਂ ਉਲਟ ਕੰਮ ਕਰਦਾ। ਤੇ ਉਹ ਉੱਥੇ ਵੱਜ ਸਕਦਾ ਤੂੰ ਜਾ ਕੇ। ਉਹ ਉੱਥੇ ਹੁਣ ਗਏ। ਹੁਣ ਨੰਦ ਲਾਲ ਇੱਕ ਤਰ੍ਹਾਂ ਦਾ ਕੈਬਨਿਟ ਮਿਨਿਸਟਰ ਕਹਿ ਦਈਏ, ਔਰੰਗਜ਼ੇਬ ਦੀ ਵੱਡੀ ਕੈਬਨਿਟ ਦਾ ਕੈਬਨਿਟ ਮਿਨਿਸਟਰ, ਜਿਵੇਂ ਉਹਦਾ ਟੀਚਰ ਹੋਵੇ, ਵੱਡਾ ਇੱਕ ਵੱਡਾ ਹੀ ਮੰਨਿਆ ਜਾਂਦਾ। ਜਿਵੇਂ ਹੁਣ ਆਪਾਂ ਕਹਿੰਦੇ ਉਹ ਫਲਾਣੇ ਪ੍ਰਧਾਨ ਮੰਤਰੀ ਦੇ ਮੁੰਡੇ ਨੂੰ ਕੋਈ ਟੀਚਰ ਪੜ੍ਹਾਉਂਦਾ, ਤੇ ਵੱਡਾ ਹੀ ਸੀ ਉਹ ਜਦੋਂ ਆਇਆ। ਤੇ ਗਾਂ ਮੇਰੇ ਵਰਗੇ ਜਿਨ੍ਹਾਂ ਨੂੰ ਪਤਾ ਹੁੰਦਾ ਵੀ ਮਾੜਾ ਮੋਟਾ ਇਨਫੋਰਮੇਸ਼ਨ ਹੁੰਦੀ ਹੈ, ਜਿਨ੍ਹਾਂ ਕੋਲ ਡਾਇਰੀਆਂ ਭਰੀਆਂ ਹੁੰਦੀਆਂ, ਜਿਨ੍ਹਾਂ ਨੇ ਵੀ ਇਹ ਔਰੰਗਜ਼ੇਬ ਦੇ ਕੌਣ ਆ। ਤੇ ਜਦੋਂ ਅਨੰਦਪੁਰ ਸਾਹਿਬ ਆਇਆ ਤੇ ਉਹ ਦੂਰੋਂ ਹੀ ਉਹ ਪਤਾ ਲੱਗ ਗਿਆ। ਕਹਿੰਦੇ ਨੰਦ ਲਾਲ, ਅੱਛਾ ਉਹ ਨੰਦ ਲਾਲ ਆਇਆ। ਤੇ ਜਾ ਕੇ ਗੁਰੂ ਸਾਹਿਬ ਨੂੰ ਜਾ ਕੇ ਦੱਸਣ, ਕਹਿੰਦੇ ਗੁਰੂ ਸਾਹਿਬ ਜੀ ਨੰਦ ਲਾਲ ਆਉਂਦਾ ਪਿਆ। ਤੇ ਉਹਨੂੰ ਨਾ ਔਰੰਗਜ਼ੇਬ ਨੇ ਨਾ ਮਤਲਬ ਉਹ ਮੁੰਡਾ ਉਹਦੇ ਆਰਤੀ, ਉਹਨੂੰ ਕਹਿੰਦੇ ਉਹਨੂੰ ਮਜ਼ਾ ਨਾ ਮਾਰ ਦਾਂਗੇ, ਪਹਿਲਾਂ ਜਾ ਕੇ ਗੱਲ ਦੱਸਤੀ। ਤੇ ਗੁਰੂ ਸਾਹਿਬ ਕਹਿੰਦੇ ਵੀ ਚੱਲ ਭਾਈ ਆਉਣ ਦਿਓ। ਤੇ ਕਹਿੰਦੇ ਜੀ ਗੁਰੂ ਸਾਹਿਬ ਬੜਾ ਸਕਾਲਰ ਬੰਦਾ ਜੀ, ਅਜੇ ਅਨੰਦਪੁਰ ਸਾਹਿਬ ਆਇਆ ਨਾ, ਤੇ ਬੜੀ ਇਹਦੀ 'ਚ ਨੌਲੇਜ ਬਹੁਤ ਹੈ ਇਹ ਬੰਦੇ ਨੂੰ, ਇਹਦੀ ਆਪਾਂ ਕਦਰ ਕਰਨੀ ਹੈ। ਤੇ ਗੁਰੂ ਸਾਹਿਬ ਜਦੋਂ ਕੋਲ ਆਏ ਤੇ ਉਹ ਕਹਿੰਦੇ ਵੀ ਇਹ ਨੰਦ ਲਾਲ ਹੈ ਜੀ, ਇਹ ਗੁਰੂ ਸਾਹਿਬ ਜੀ ਇਹ ਨੰਦ ਲਾਲ ਹੈ। ਤੇ ਕਹਿੰਦੇ ਅੱਛਾ।
ਕਹਿੰਦੇ ਫਿਰ ਚੰਗਾ ਇਹਨੂੰ ਕਿ ਵੀ 3 ਮਹੀਨੇ ਭਾਂਡਿਆਂ ਦੀ ਸੇਵਾ ਕਰਨੀ ਹੈ। ਨੰਦ ਲਾਲ ਕਹਿੰਦੇ ਵੀ ਮੈਂ ਜੀ ਨੰਦ ਲਾਲ ਹੈ ਜਿਹੜਾ ਔਰੰਗਜ਼ੇਬ ਦੇ ਮੁੰਡੇ, ਕਹਿੰਦੇ 6 ਮਹੀਨੇ, ਕਹਿੰਦੇ 6 ਮਹੀਨੇ ਭਾਂਡਿਆਂ ਦੀ ਸੇਵਾ ਕਰੋ। ਉਹ ਕਹਿੰਦੇ ਜੀ ਇਹ ਕਵਿਤਾ ਤਾਂ ਸੁਣ ਲਓ, ਕਹਿੰਦੇ 9 ਮਹੀਨੇ। ਨਾਲ ਦਾ ਮੇਰੇ ਕਹਿੰਦਾ ਜੀ ਇੱਕ ਵਾਰੀ ਬਸ, ਇੱਕ ਵਾਰੀ ਹੋਇਆ ਕਹਿੰਦੇ ਸਾਲ। ਨੰਦ ਲਾਲ ਕਹਿੰਦੇ ਵੀ ਹੁਣ ਨਹੀਂ ਬੰਨੀ ਗੱਲ, ਇਹ ਤੋਂ ਪਹਿਲਾਂ ਕਿ 1.25 ਸਾਲ ਹੋਵੇ ਤੇ ਆਪਾਂ ਕਹਿੰਦੇ ਜੀ ਮੈਂ ਕੋਈ ਨਹੀਂ ਜੀ, ਹੁਣ ਇੱਕ ਪਾਸੇ ਮੌਤ ਇੱਕ ਪਾਸੇ ਭਾਂਡਿਆਂ ਦੀ ਸੇਵਾ, ਤੇ ਉਹ ਕਹਿੰਦੇ ਚੱਲ ਕੋਈ ਨਹੀਂ ਭਾਂਡਿਆਂ ਦੀ ਸੇਵਾ ਹੀ ਕਰ ਲਾਂਗੇ। ਹੁਣ ਭਾਂਡਿਆਂ ਦੀ ਸੇਵਾ ਕਰਦਾ, ਬਹੁਤ ਔਖਾ ਕੰਮ ਹੈ। ਭਾਂਡਿਆਂ ਦੀ ਸੇਵਾ ਕਰਦੇ ਕਰਦੇ ਪਹਿਲਾਂ ਤਾਂ 5-7 ਦਿਨ ਬੜਾ ਔਖਾ ਜਿਹਾ ਹੋਇਆ ਕੰਮ, ਤੇ ਫਿਰ ਉਹਨੇ ਵੇਖਿਆ ਵੀ ਯਾਰ ਜਦ ਹੁਣ ਕੰਪੇਅਰ ਕਰਦਾ ਨਾ ਬੰਦਾ, ਵੀ ਪਹਿਲਾਂ ਔਰੰਗਜ਼ੇਬ 'ਚ ਉਹਨਾਂ ਨੂੰ ਉੱਥੇ ਚੱਲ ਵੀ ਉਹ ਸਾਹਿਬ ਉੱਥੇ ਬੈਠੇ ਹੁੰਦੇ ਸੀ ਤੇ ਬਾਕੀ ਅਸੀਂ ਸਾਰੇ ਥੱਲੇ ਜਾਂ ਸਾਡੀਆਂ ਕੁਰਸੀਆਂ ਥੱਲੇ। ਯਾਰ ਇਹ ਕੀ ਗੱਲ ਹੈ ਵੀ ਇੱਥੇ ਤਾਂ ਗੁਰੂ ਸਾਹਿਬ ਦੇ ਜਿਹੜੇ ਹੁਣ ਜਿਹਦੇ ਤੋਂ ਔਰੰਗਜ਼ੇਬ ਵੀ ਡਰਦਾ, ਜਿਹੜਾ ਔਰੰਗਜ਼ੇਬ ਦੇ ਸਾਰੇ ਉਲਟ ਕੰਮ ਕਰਦਾ, ਇਹ ਤਾਂ ਸਾਡੇ ਨਾਲ ਬਹਿ ਕੇ ਲੰਗਰ ਛਕਦੇ ਆ। ਤੇ ਕਮਾਲ ਦੀ ਗੱਲ ਇਹ ਹੈ, ਉਹ ਕਈ ਵਾਰ ਬਾਬਾ ਅਜੀਤ ਸਿੰਘ ਜਿਹੜੇ ਉਹ ਬ੍ਰਾਹਮਣਾਂ ਦੀ ਕੁੜੀ ਬੇਟੀ ਛਡਾਉਂਦੇ ਫਿਰਦੇ ਆ, ਅੱਛਾ ਉਹ ਵੀ ਸਾਡੇ ਨਾਲ ਬੈਠੇ ਹੁੰਦੇ, ਐਡੇ ਦਲੇਰ ਬੰਦੇ, ਗੱਤਕਾ ਖੇਡਣ ਵਾਲੇ, ਭਾਈ ਦਇਆ ਸਿੰਘ ਵਰਗੇ ਜਾਂ ਹੋਰ ਸਾਰੇ, ਇਹ ਤਾਂ ਇਕੱਠੇ ਹੀ ਹੈ। ਤੇ ਕਿਰਪਾ ਰਾਮ ਵੀ ਉਦੋਂ ਉੱਥੇ ਹੀ ਸੀ, ਬਾਅਦ ਚ ਕਿਰਪਾਲ ਸਿੰਘ ਬਣ ਗਿਆ ਸੀ ਨਾ, ਜਿਹੜਾ ਚਮਕੌਰ ਦੀ ਗੜੀ ਚ ਸ਼ਹੀਦੀ ਪ੍ਰਾਪਤ ਕੀਤੀ ਸੀ, ਉਹ ਵੀ ਉੱਥੇ। ਕਹਿੰਦੇ ਵੀ ਇਹ ਤਾਂ ਕਮਾਲ ਹੋ ਗਈ, ਤਾਂ ਇਹ ਤਾਂ ਅੱਛਾ ਕਮਾਲ ਦੀ ਗੱਲ, ਤਾਂ ਉਹ ਪ੍ਰਭਾਵ ਉਸ ਦਿਨ ਵੱਧ ਹੋ ਗਿਆ ਜਿਸ ਦਿਨ 10ਵੇਂ ਪਾਤਸ਼ਾਹ ਨੂੰ ਉਹਨੇ ਆਪ ਨੂੰ ਭਾਂਡੇ ਮਾਂਜਦਿਆਂ ਦੀ ਸੇਵਾ ਕਰਦਿਆਂ ਵੇਖਿਆ ਨਾ। ਉਹ ਕਹਿੰਦੇ ਯਾਰ ਇਹ ਕਿਹੋ ਜਿਹੇ ਆ ਵੀ ਇਹ ਸਵੇਰੇ ਦਾ ਹਾਸਾ ਦੀ ਵਾਰ ਸੁਣਾਉਂਦੇ ਹੁੰਦੇ ਆ, ਤੇ ਨਾਲੇ ਕਥਾ ਵਿਚਾਰ ਵੀ ਕਰਦੇ ਆ, ਨਾਲੇ ਜੰਗੀ ਟ੍ਰੇਨਿੰਗ ਵੀ ਦਿੰਦੇ ਆ, ਨਾਲੇ ਲਿਖਦੇ ਵੀ ਬਹੁਤ ਕੁਛ ਆ, ਸਵੇਰੇ ਤਾਊਸ ਵੀ ਬੜਾ ਵਧੀਆ ਵਜਾਉਂਦੇ ਆ, ਤੇ ਇਹ ਸ਼ਾਮ ਨੂੰ ਭਾਂਡਿਆਂ ਦੀ ਸੇਵਾ ਕਰਦੇ ਪਏ ਆ। ਤੇ ਕਿਆ ਕੁਛ ਨਹੀਂ 10ਵੇਂ ਪਾਤਸ਼ਾਹ ਨੇ, ਤੇ ਪਿਆਰ ਜਾਗ ਪਿਆ। ਫਿਰ ਭਾਂਡਿਆਂ ਦੀ ਫਿਰ ਸੇਵਾ ਹੋਰ ਚਾਅ ਨਾਲ, ਹੋਰ ਸੇਵਾ ਇਕੱਲੀ ਫਿਰ ਭਾਂਡਿਆਂ ਦੀ ਨਹੀਂ, ਫਿਰ ਹੋਰ ਵੀ ਬੜੀ ਸੇਵਾ ਡਟ ਕੇ ਕਰਦੇ ਤੇ ਫਿਰ ਮਨ 'ਚ ਪਿਆਰ ਜਾਗ ਪਿਆ ਯਾਰ ਵੀ ਇਹਨਾਂ ਤੇ ਉਹਨਾਂ 'ਚ ਫਰਕ ਬਹੁਤ ਹੈ। ਇਸ ਉਹਨਾਂ ਦਾ ਡਰਨਾ ਬਣਦਾ ਹੀ ਹੈ, ਉਹਨਾਂ ਦਾ ਔਰੰਗਜ਼ੇਬ ਦਾ ਡਰਨਾ ਬਣਦਾ ਹੀ ਹੈ। ਇਹ ਤਾਂ ਰੱਬ ਵਰਗੇ ਹੈ, ਇਹ ਤਾਂ ਰੱਬ ਹੈ। ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਹੋਈਆਂ ਨਾ, ਤਾਂ ਫਿਰ ਭਾਈ ਨੰਦ ਲਾਲ ਜੀ ਕਹਿੰਦੇ ਪਿਆਰ ਵੱਧਦਾ ਗਿਆ, ਭਾਂਡੇ ਮਾਂਜਦੇ ਗਏ, ਮਨ ਪਵਿੱਤਰ ਹੁੰਦਾ ਗਿਆ। ਤੇ ਕਦੇ ਕਦੇ ਕਹਿ ਦਿੰਦੇ ਹੈ ਜੀ ਦਿਲ ਲੈ ਲਓ। ਉਹ ਕਹਿੰਦੇ ਮੈਲਾ, ਹਜੇ ਕਿਵੇਂ ਲੈ ਲਈਏ, ਅਜੇ ਤਾਂ ਮੈਲਾ ਹੈ। ਫਿਰ ਇੱਕ ਦਿਨ ਭਾਂਡੇ ਮਾਂਜਦੇ ਗੁਰੂ ਸਾਹਿਬ ਨਾ ਪਿੱਛੇ ਆ ਕੇ ਖੜ ਗਏ, ਜਿਵੇਂ ਹੁਣ ਭਾਂਡੇ ਮਾਂਜਦੇ ਪਏ, ਗੁਰੂ ਸਾਹਿਬ ਪਿੱਛੇ ਖੜ ਗਏ। ਤੇ ਗੁਰੂ ਸਾਹਿਬ ਕਹਿੰਦੇ ਨੰਦ ਲਾਲ ਭਾਂਡਾ ਨਾ ਸਾਫ਼ ਹੋ ਗਿਆ, ਭਾਂਡਾ ਸਾਫ਼ ਹੋ ਗਿਆ। ਕਹਿੰਦੇ ਜੀ ਅਜੇ ਪੂਰਾ ਨਹੀਂ ਹੋਇਆ, ਅਜੇ ਪੂਰਾ ਨਹੀਂ ਹੋਇਆ। ਜਾਂ ਵੇਖੋ ਥੋੜੀ ਜਿਹੀ ਨਾ ਇਹ 'ਚ ਬੂੰਦਾਂ ਹੈਗੀਆਂ ਪਾਣੀ ਦੀਆਂ, ਇਹਦੇ 'ਚ ਤੁਸੀਂ ਨਾ ਹਲੇ ਕਲੀਅਰ ਨਹੀਂ ਦਿੰਦੇ, ਸਾਫ਼ ਨਹੀਂ ਦਿਸਦੇ ਇਹਦੇ ਚੱਲੇ, ਭਾਂਡਾ ਸਾਫ਼ ਨਹੀਂ ਹੋਇਆ ਹਲੇ ਪੂਰਾ। ਫਿਰ ਜਦੋਂ ਭਾਂਡਾ ਸਾਫ਼ ਹੋਇਆ, ਕਵਿਤਾਵਾਂ ਤੋਂ ਪਹਿਲਾਂ ਵੀ ਲਿਖਦਾ ਸੀ ਭਾਈ ਨੰਦ ਲਾਲ ਜੀ, ਬਾਅਦ 'ਚ ਭਾਈ ਨੰਦ ਲਾਲ ਸਿੰਘ ਬਣੇ, ਕਵਿਤਾਵਾਂ ਤੋਂ ਪਹਿਲਾਂ ਵੀ ਲਿਖਦੇ ਸੀ। ਪਰ ਫਿਰ ਜੋ ਕੁਝ ਲਿਖਿਆ ਉਹ ਦਰਬਾਰ ਸਾਹਿਬ ਗਾਉਣ ਯੋਗ ਹੋ ਗਿਆ। ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ, ਫਿਰ ਉਹ ਦਰਬਾਰ ਸਾਹਿਬ ਗਾਉਣ ਯੋਗਾ ਹੋ ਗਿਆ। ਤੇ ਅਸੀਂ ਕਈ ਵਾਰ ਸੋਚਦੇ ਹਾਂ ਵੀ ਗੁਰੂ ਸਾਹਿਬ ਜੀ ਵੀ ਚੱਲ ਕਿਸੇ ਨੇ ਤਾਂ ਭਾਂਡੇ ਮਾਂਜ ਲਏ, ਕਿਸੇ ਨੇ ਕਿਵੇਂ ਕਰ ਲਿਆ, ਤੇ ਸਾਡਾ ਕਿਵੇਂ ਖਹਿੜਾ ਛੁੱਟੂਗਾ। ਚੱਲ ਕਈਆਂ ਨੇ ਤਾਂ ਬਦਾਵੇ ਲਿਖਾਏ ਵੀ ਤੇ ਪਾੜਵਾ ਵੀ ਲਏ, ਤੇ ਸਾਡੇ ਤਾਂ ਬਦਾਵਿਆਂ ਦੇ ਵੀ ਬੰਡਲ ਬੰਨੇ ਪਏ ਹੋਣੇ। ਇੱਕ ਅੱਧਾ ਹੁੰਦਾ ਨਾ ਸਰ ਜਾਂਦਾ ਕਈ ਵਾਰ, ਉਹ ਤਾਂ ਬੰਦਾ ਇੱਥੇ ਵੀ ਰੱਖ ਲੈਂਦਾ। ਤੇ ਸਾਡੇ ਤਾਂ ਬਦਾਵਿਆਂ ਦੇ ਵੀ ਬੰਡਲ ਬੰਨੇ ਪਏ ਆ, ਵੀ ਜਿਵੇਂ ਹੁੰਦਾ ਨਾ ਵੀ ਉਹ ਪੂਰੇ ਕਾਗਜ਼ ਭਰ ਕੇ ਇਸ ਕਿਸਮ ਦੇ ਐਂ ਥੋੜੇ ਵਾਹਵਾ ਵੀ ਇਹ ਬੰਡਲ ਬੰਨੇ ਪਏ ਆ, ਇਹਨਾਂ ਦਾ ਕਿਵੇਂ ਕਰੀਏ। ਉਹ ਇੰਨਾ ਕਮਾਲ ਦੇ ਹੈ ਵੀ ਮਹਾਂ ਸਿੰਘ ਨੂੰ ਕਹਿੰਦੇ ਨਾ, ਕਹਿੰਦੇ ਵੀ ਰਾਜ ਲੈ ਲਾ, ਉਹ ਕਹਿੰਦਾ ਵੀ ਨਹੀਂ ਲੈਣਾ, ਕਹਿੰਦੇ ਮੁਕਤੀ ਲੈ ਲਾ, ਕਹਿੰਦੇ ਨਹੀਂ ਲੈਣੀ। ਚਾਹੀਦਾ ਕੀ ਆ, ਬਸ ਕਹਿੰਦੇ ਬਦਾਵਾ ਹੀ ਪਾੜ ਦਿਓ, ਹੋਰ ਨਹੀਂ ਕੁਛ ਚਾਹੀਦਾ ਜੀ, ਹੋਰ ਨਹੀਂ ਕੁਛ ਚਾਹੀਦਾ। ਹਾਂ, ਰਾਜ ਨਾ ਚਾਹੂੰ ਮੁਕਤ ਨਾ ਚਾਹੂੰ। ਕਹਿੰਦੇ ਬਸ ਲਾਸਟ 2-3 ਗੱਲਾਂ ਕਹਿ ਕੇ ਮੈਂ ਸਮਾਪਤੀ ਕਰੂੰਗਾ। ਕਹਿੰਦੇ ਸਾਡੇ ਲਈ ਇਨਕਲਾਬ ਆ ਨਾ ਜਿਹੜਾ, ਉਹ ਰਾਏ ਭੋਜ ਦੀ ਤਲਵੰਡੀ ਤੋਂ ਸ਼ੁਰੂ ਹੁੰਦਾ, ਤੇ ਪਾਂਧੇ ਦੀ ਤਖਤੀ ਕਿਵੇਂ ਸ਼ੁਰੂ ਹੁੰਦਾ, ਪਾਂਧੇ ਦੀ ਤਖਤੀ ਤੇ ਇੱਕ ਓਂਕਾਰ ਵਾਹ ਕੇ ਧਰਮ ਦੀ ਉਂਗਲੀ ਫੜ ਕੇ ਤੁਰ ਪੈਂਦਾ ਇਹ ਲੰਮੀਆਂ ਰਾਹਾਂ ਤੇ,
सच अते हक दा होका दिंदा। तवियां चवियां आरे रंबियां देगां चरखड़ियां बहुत कुछ हंडाउंदा है। ये गल्लां पढ़ के समझ नहीं पता लगता, चल के नाल तुरी कदे। आनंदपुर साहब दीयां पहाड़ियां तो खड़ा होके चमकौर दी गढ़ी दे राह तक नज़र मार के देखी, सामने दीवे मचदे देख पुत्तां नूं परवानिਆਂ दी रीत तोड़न लई गल्लां नहीं, जिगरा चाहिदा हुंदा है। वैरियां दियां डारां चों ताड़ी मार के निकलना इबादत ते शहादत दियां आशकां दे हिस्से ही आउंदा है। इनकलाब गंदे निज़ाम दे मूंह भंनण दा नाम हुंदा है। निमरता शरदा कुर्बानियां दिंदा धर्म चों उठिया इनकलाब दखण दी धरती तो तूफान बन के चढ़दा है। समाणा सरहंद सब फतेह, जगीरदारियां खत्म, धर्म दा राज एक, सब एक, इको बख्शिश सदा अंग संग चढ़दी कला। वक्त बदलदा है, शहीदियां कुर्बानियां तसीहे जंगल घोड़ियां दियां काठियां मुट्ठी भर छोले, पर एक बख्शिश सदा अंग संग चढ़दी कला। चढ़दी कला समय बदलते ने, ले लद्दाख तक झंडे, खैबर तक नक्के, काबल नूं कांबा, एक बख्शिश सदा अंग संग चढ़दी कला। चढ़दी कला समय बदलते, डिगे आ उठांगे धर्म दा दापड़ा, जकारियां च इनकलाब, हिक्कां च जोश, लहू च जज्बे, बादशाह दरवेश दी बख्शिश सदा अंग संग चढ़दी कला। चढ़दी कला चढ़दी कला। उन्हें हल छड्डिया, उन्हें हल छड्डिया ते झोला चुक लिया। उन्हें हल छड्डिया ते झोला चुक लिया। पैंडा लमेरा सी पर जिगरा बथेरा सी। पैंडा लमेरा सी पर जिगरा बथेरा सी। वो तुरदा गया सिखर दोपहरे मगदे सूरज, थकिया टुटिया छावें बैठन लग्या। उन्होंने पंजवां नानक चेते आ गया, किथे तत्तियां तवियां ते किथे आ धुप, किथे तत्तियां तवियां ते किथे आ धुप। वो तुरदा गया रस्ते, उन्होंने जिन्ने भी रस्ते नजर आए, उन्हें नौवां सतगुर विच बैठा तकिया, तसीहे शहादतां। वो झोले की गठ खोलदा ते छोलियां की मुठ भरदा ते ऐं दरदा जिवें पूरी हुकूमत नूं ਚੱਬ के रख देना है। तुर पैंदा लंमियां वाटां, उच्चे टिब्बे, डूंगे चौ, बुलंद इरादे। ओ दूर गुरु दी नगरी, नगारे दी चोट कन्नी पई, चाल च फुरती आई, सतलुज इशनाने, नमस्कारा, आनंदपुर दी धरती, सजिया दीवान, नगारा थम्मिया, जकारे गूंजे, किरपान लिशकी, किले दी फसील ते बैठे बाज ने खंभ छंडे, एक अलौकिक आवाज गूंजी। गुरु ने सवाल पाया, सिर दी मंग उठी, सुन पसरी, ओ चौंकड़ी, उन्हें चौंकड़ी खोली, झोला नाल दे हथ फड़ाया, उठ खड़ा होया, नगारे ते जोरदार चोट पई, सदियां दी घालना पूरी होई ते खालसा प्रगट हो गया। ते खालसा प्रगट हो गया। गुरु साहब बख्शिश करन, असी सारे इस इतिहास नूं मान सकीए ते उन्हां उस तो बाद दा इतिहास सानूं सारा पता भी किवें बंदे गुरु ने बंदे बना के ਤੋਰੇ और किवें ਉਹ ਚੱਲੇ, किवें खोपड़ियां ਲੱਥੀਆਂ। ਤੇ ਇਹ ਤਰਕ ਦੀ ਖੇਡ ਨਹੀਂ, ਮੈਨੂੰ ਬੜੀ ਪਿਆਰੀ ਇੱਕ ਨਾ ਗੱਲ ਬੜੀ ਵਧੀਆ ਲੱਗਦੀ ਹੈ। ਕਹਿੰਦਾ ਤਰਕ ਨਹੀਂ ਮੰਨਦਾ ਕਿ ਤੱਤੀ ਤਵੀ ਤੇ ਬੈਠ ਕੇ ਅਡੋਲ ਰਿਹਾ ਜਾ ਸਕਦਾ ਹੈ। ਤਰਕ ਮੰਨ ਹੀ ਨਹੀਂ ਸਕਦਾ ਕਿ ਮਸਤੇ ਹਾਥੀ ਦੇ ਮੱਥੇ ਨੂੰ ਗੁਰੂ ਦੀ ਥਾਪੀ ਦਾ ਸਿਦਕ ਨਾਗਣੀ ਨਾਲ ਪਾੜ ਸਕਦਾ ਹੈ। ਤਰਕ ਨਹੀਂ ਮੰਨਦਾ कि 1.25 ਲੱਖ ਤੇ ਕੱਲਾ ਵੀ ਚੜ ਕੇ ਜਾ ਸਕਦਾ ਹੈ। ਤਰਕ ਨਹੀਂ ਮੰਨਦਾ ਕਿ ਕੋਈ ਆਪਣੇ ਆਪ ਬੰਦ ਕੱਟਣ ਨੂੰ ਵੀ ਕਹਿ ਸਕਦਾ ਹੈ। ਤਰਕ ਕਦੇ ਨਹੀਂ ਮੰਨਦਾ ਕਿ ਕੋਈ ਚਰਖੜੀਆਂ ਤੇ ਵੀ ਹੱਸ ਕੇ ਚੜ ਸਕਦਾ ਹੈ। ਪਰ ਤਰਕਾਂ ਤੋਂ ਗਾਂਹ ਹੋਰ ਬਹੁਤ ਕੁਝ ਹੈ। ਤਰਕਾਂ ਤੋਂ ਸਦੀਆਂ ਗਾਹਾਂ ਲੰਘ ਕੇ, ਤਰਕਾਂ ਤੋਂ ਸਦੀਆਂ ਗਾਂਹ ਲੰਘ ਕੇ ਸਿਦਕਾਂ ਤੇ ਜਜ਼ਬਿਆਂ ਦੇ ਪਿੰਡ ਆਉਂਦੇ ਆ, ਜਿੱਥੇ ਸਿਦਕ ਭਰੋਸੇ ਤਵੀਆਂ ਵੀ ਤੱਤੀਆਂ ਨਹੀਂ ਲੱਗਦੀਆਂ, जिथे सिदक भरोसे मस्तिया हाथी विन्निया जा सकता है, जिथे सब कुछ वार के भी मित्र प्यारे नूं मुरीदां दा हाल चढ़दी कला च दस्सिया जांदा है। वो पिंड जिथे योधे फांसियां दे रस्सियां ते भी रस्से भी बर्फियां वंड के चुमदे, जिथे योधे फांसियां दे रस्से भी ना बर्फियां वंड के चुमदे है। खोपड़ी लै जाती है किसी दी, 21 दिन कोई जिउंदा रह गया, चरखड़ियां ते चढ़ गए है, चरखड़ियां ते चढ़ गया। वो मावां जिन्हां दे बच्चे नूं उपर सिटिया जांदा है। अज देखो साडे घरां च साडे बच्चे है छोटे छोटे, बच्चे नूं उपर सुटिया जांदा है, उहदे थल्ले बरछा रखिया जांदा है, वो बच्चा बरछे दे विच वजदा है, उहदी कलकारियां दे नाल आसमान गूंज जांदा है।
ਤੇ ਉਹਦੀਆਂ ਆਂਦਰਾਂ ਬਾਹਰ ਆ ਜਾਂਦੀਆਂ, ਉਹਦਾ ਲਹੂ ਉਹਦਾ ਲਹੂ ਨਿਕਲਦਾ ਹੈ, ਉਹਦੀਆਂ ਆਂਦਰਾਂ ਕੱਢ ਕੇ, ਉਹਦੀਆਂ ਲੱਤਾਂ ਵੱਢ ਕੇ, ਉਹਦੀਆਂ ਬਾਹਾਂ ਵੱਢ ਕੇ ਉਹਦਾ ਹਾਰ ਪਰੋਇਆ ਜਾਂਦਾ ਹੈ, ਉਹਦਾ ਸਿਰ ਵੱਢ ਦਿੱਤਾ ਜਾਂਦਾ ਹੈ। ਉਹ ਨਿੱਕੇ ਨਿੱਕੇ ਬੱਚੇ ਦੇ ਟੋਟੇ ਕਰਕੇ ਉਹਨੂੰ ਹਾਰ ਪਰੋ ਕੇ ਉਹਦੀ ਮਾਂ ਦੇ ਗਲ 'ਚ ਪਾਇਆ ਜਾਂਦਾ ਹੈ। ਤੇ ਉਹ ਕਹਿੰਦੀ ਵੀ ਹੁਣ ਤਾਂ ਤੂੰ ਧਰਮ ਛੱਡੇਂਗੀ ਨਾ। ਉਹ ਕਹਿੰਦੀ ਪਰਮਾਤਮਾ ਦਿਨ ਸੁੱਖਾਂ ਦਾ ਬਤੀਤ ਹੋਇਆ ਹੈ, ਕਿਰਪਾ ਕਰੀ ਰਾਤ ਸੁੱਖਾਂ ਦੀ ਬਤੀਤ ਹੋਵੇ। ਸਵਾ ਸਵਾ ਮਨ ਦੇ ਪੀਸੇ ਪੀਸਣ ਵਾਲੀਆਂ ਮਾਵਾਂ ਉਹ ਕਹਿੰਦੀਆਂ ਵੀ ਕੋਈ ਚੱਕਰ ਵਾਲੀ ਗੱਲ ਨਹੀਂ। ਇਹ ਕੀ ਹੋ ਗਿਆ? ਫਿਰ ਕੀ ਹੋ ਗਿਆ? ਉਹਨਾਂ ਮਾਵਾਂ ਦੀਆਂ ਵਾਰਸਾਂ ਕਿਰਪਾ ਕਰਿਓ ਜੀ। ਤੁਹਾਡੇ ਵਿੱਚੋਂ ਬਹੁਤ ਲਾਸਟ ਗੱਲ ਮੈਂ ਕਰਕੇ ਫਤਿਹ ਬੁਲਾਉਣ ਲੱਗਿਆ। ਮੈਂ ਬੇਨਤੀ ਕਰਦਾ ਉਸ ਤੋਂ ਬਾਅਦ ਦੋ ਕਵਿਤਾਵਾਂ, ਦੋ ਨਾ ਵੀਡੀਓਜ਼ ਹੈਗੀਆਂ ਛੋਟੀਆਂ ਛੋਟੀਆਂ, ਵੀਰ ਜੀ ਜੇ ਦਿਖਾ ਸਕਦੇ ਹੋਏ ਤਾਂ, ਕਿ ਸਿਦਕਾਂ ਉਹ ਨਾ ਮਾਂ ਮੈਨੂੰ ਐਂ ਲੱਗਦੀ ਹੈ ਵੀ ਜਿਵੇਂ ਨਾ ਸਿਰਫ ਜਿਵੇਂ ਨਾ ਕੋਈ ਮਾਂ ਗੁਜ਼ਰੀ। ਮੈਂ ਵੀਰ ਜੀ ਦੱਸ ਦਿੰਦਾ, ਪਰ ਮੈਂ ਫਿਰ ਇਸ ਕਰਕੇ ਕਹਿਣਾ ਚਾਹਣਾ ਵੀ ਸ਼ਾਇਦ ਜਿਵੇਂ ਮੈਂ ਮਹਿਸੂਸ ਕੀਤਾ ਤੁਸੀਂ ਵੀ ਕਰੋ। ਜਿਵੇਂ ਮਾਤਾ ਗੁਜਰੀ ਜੀ ਨਾ ਠੰਡੇ ਬੁਰਜ 'ਚ ਕਹਿ ਰਹੀ ਹੁੰਦੀ ਹੈ ਸਾਹਿਬਜ਼ਾਦਿਆਂ ਨੂੰ, ਬਾਬਾ ਜ਼ੋਰਾਵਰ ਸਿੰਘ ਨੂੰ, ਬਾਬਾ ਕਿ ਕਦੇ ਤਾਂ ਵਜੀਦ ਖਾਂ ਮਰੂਗਾ ਹੀ ਨਾ, ਇਹਨੇ ਸਦਾ ਥੋੜੀ ਜਿਉਂਦੇ ਰਹਿਣਾ, ਇਹਨੇ ਸਦਾ ਥੋੜੀ ਜਿਉਂਦੇ ਰਹਿਣਾ, ਇਹਨੇ ਤਾਂ ਚੰਦ ਵਾਂਗੂ ਛਿਪ ਜਾਣਾ। ਤੇ ਅੱਜ ਉਹਨਾਂ ਮਾਵਾਂ ਦੀਆਂ ਅਸੀਸਾਂ ਮੈਂ ਸੋਚਦਾ ਸੀ, ਜਦੋਂ ਮਾਂ ਦੀ ਮੈਂ ਵੀਡੀਓ ਵੇਖੀ ਸੀ ਨਾ, ਮਾਤਾ ਗੁਜਰ ਕੌਰ ਦੀ ਉਮਰ ਦੀ ਲੱਗੀ ਮੈਨੂੰ ਉਹ ਕਿਸਾਨ ਅੰਦੋਲਨ ਦੇ ਵਿੱਚ। ਤੇ ਅੱਜ ਫਤਿਹ ਕਰਕੇ ਉਹ ਯੋਧੇ ਚੱਲੇ ਆ ਉੱਥੋਂ। ਇਹ ਉਹ ਬੰਦਾ ਸਿੰਘ ਬਹਾਦਰ ਦੇ ਵਾਰਸ ਹੈ, ਤੇ ਇਹਨਾਂ ਨੂੰ ਜ਼ਮੀਨਾਂ ਬੰਦਾ ਸਿੰਘ ਬਹਾਦਰ ਨੇ ਦਿੱਤੀਆਂ, ਕਿਸੇ ਦੇ ਪਿਓ ਨੇ ਨਹੀਂ। ਇਹ ਉਹਨਾਂ ਦੇ ਵਾਰਸ ਯੋਧੇ, ਉਹ ਮਾਤਾ ਗੁਜਰ ਕੌਰ ਦੀਆਂ ਵਾਰਸਾਂ। ਮੈਂ ਉਹ ਦੋ ਵੀਡੀਓਜ਼ ਉਹ ਵੇਖ ਕੇ ਤੇ ਇੱਕ ਲਾਸਟ ਬੇਨਤੀ ਕਰਕੇ, ਸ਼ੁਰੂ ਤੋਂ ਲਾਇਓ ਵੀਰ ਜੀ, ਆਵਾਜ਼ ਉੱਚੀ ਕਰਕੇ, ਬਸ ਆਵਾਜ਼ ਹੀ ਸੁਣ ਲਓ ਜੀ, ਪਤਾ ਹੀ ਹੈ ਸਾਰਿਆਂ ਨੂੰ, ਵੇਖੀ ਹੀ ਹੈ ਸਾਰਿਆਂ ਨੇ। ਇੱਕ ਵਿਦਾਵੇ ਨਾਲ ਸੰਬੰਧਿਤ ਸੀ ਵੀ ਕਈ ਵਾਰ ਅਸੀਂ ਨਾ ਐਵੇਂ ਨਜਾਇਜ਼ ਹੀ ਧੱਕਾ ਕਰ ਜਾਂਦੇ ਆ। मोदी तो फिर कदे तो हार ही गई, थोड़े अभी कोई जितदा नहीं जितेगा। मुगलों बिच मुगलों का उठाना, मुगल बोल दे अपनी बोली, मैंने की जाना, तू थे मोदी ने चंद वांगू छिप जाना। छिप गया बेबे, वो छिप गया, वो छिप गया। वजीद खां मर ਆਇਆ ਸੀ ਰਾਜਾਂ ਦੇ ਹੀ ਕੀਤੇ ਹੈ। ਪ੍ਰੋਫੈਸਰ ਮਨਿੰਦਰ ਸਿੰਘ ਬੜੀ ਪਿਆਰੀ ਗੱਲ ਕਰ ਦਿੰਦੇ, ਕਹਿੰਦੇ ਵੀ ਅਸੀਂ ਤਾਂ ਨਾ ਰਾਜ ਦਿਲਾਂ ਤੇ ਕੀਤੇ ਆ। ਰਾਜ ਤਾਂ ਸਾਡਾ ਉਦੋਂ ਸੀ ਜਦੋਂ ਅਸੀਂ ਘੋੜਿਆਂ ਦੀਆਂ ਕਾਠੀਆਂ ਤੇ ਸੀ। ਗੜੀਆਂ ਕਮਾਦਾਂ ਵਿੱਚੋਂ, ਬਸ ਲਾਸਟ ਬੇਨਤੀ ਕਰਨ ਲੱਗਿਆ, ਗੜੀਆਂ ਕਮਾਦਾਂ ਵਿੱਚੋਂ, ਵੈਰੀ ਦੀਆਂ ਯਾਦਾਂ ਵਿੱਚੋਂ ਕੱਲਾ ਕੱਲਾ ਸਿੰਘ ਰਹੂ ਹਜ਼ਾਰਾਂ ਵੱਲ ਘੂਰਦਾ, ਹੋਰ ਕਿਸੇ ਦੇਸ਼ ਬੈਠਾ, ਹੋਰ ਕਿਸੇ ਭੇਸ ਬੈਠਾ, ਬੰਦਾ ਸਿੰਘ ਰਹੇਗਾ ਦੀਵਾਰਾਂ ਵੱਲ ਘੂਰਦਾ। ਸਿੰਘ ਇੱਕ ਨਾਲ ਲੈ ਕੇ ਰਾਹਾਂ ਦੇ ਵਿਚਾਲੇ ਬਹਿ ਕੇ, ਬੋਤਾ ਸਿੰਘ ਰਹੇਗਾ ਕੋਈ ਧਾੜਾਂ ਵੱਲ ਘੂਰਦਾ, ਹਾਠੂ ਸਿੰਘ, ਸੁੱਖਾ ਸਿੰਘ, ਦਿਨਾਂ ਤੋਂ ਕੋਈ ਭੁੱਖਾ ਸਿੰਘ ਰਹੇਗਾ ਦੁਰਾਨੀ ਜੇ ਸ਼ਿਕਾਰਾਂ ਵੱਲ ਘੂਰਦਾ। ਬਘੇਲ ਸਿੰਘ, ਜੱਸਾ ਸਿੰਘ, ਗੁਰੂ ਦਾ ਕੋਈ ਸੱਚਾ ਸਿੰਘ ਦਿੱਲੀ ਜਾਂ ਲਾਹੌਰ ਦੇ ਮਕਾਰਾਂ ਵੱਲ ਘੂਰਦਾ। ਅਟਕਾਂ ਨੂੰ ਪਾਰ ਕਰ, ਉੱਚਾ ਕਿਰਦਾਰ ਕਰ, ਨਲੂਆ ਕੋਈ ਕਾਬਲਾ ਕਿਧਾਰਾਂ ਵੱਲ ਘੂਰਦਾ। ਚਿੱਟੀ ਕੋਈ ਪੋਸ਼ਾਕ ਵਾਲਾ, ਜਜ਼ਬੇ ਕੋਈ ਪਾਕ ਵਾਲਾ, ਸ਼ਾਮ ਸੰਗ ਰਹੇਗਾ ਗਦਾਰਾਂ ਵੱਲ ਘੂਰਦਾ। ਬੰਨ ਦਸਤਾਰ ਸਿੰਘ, ਕੋਈ ਕਰਤਾਰ ਸਿੰਘ, ਗੋਰਿਆਂ ਦੀ ਰਹੂ ਸਰਕਾਰਾਂ ਵੱਲ ਘੂਰਦਾ। ਕੋਈ ਜਰਨੈਲ ਸਿੰਘ ਖੜਾ ਸਾਡੇ ਗੈਲ ਸਿੰਘ, ਸਦਾ ਰਹੂ ਦਿੱਲੀ ਦਿਆਂ ਯਾਰਾਂ ਵੱਲ ਘੂਰਦਾ। ਹੈਗੇ ਨੇ ਬੇਅੰਤ ਸਿੰਘ, ਕਰਦੇ ਜੋ ਅੰਤ ਸਿੰਘ, ਜਿਹੜਾ ਜਿਹੜਾ ਰਹੂ ਦਸਤਾਰਾਂ ਵੱਲ ਘੂਰਦਾ, ਜਿਹੜਾ ਜਿਹੜਾ ਰਹੂ ਦਸਤਾਰਾਂ ਵੱਲ ਘੂਰਦਾ।
ਬਹੁਤ ਬਹੁਤ ਧੰਨਵਾਦ। ਆਓ ਜ਼ਿੰਮੇਵਾਰੀਆਂ ਪਹਿਚਾਣੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।